ਹੈਲੋ एवरीवन ਤੁਹਾਡਾ ਸਾਰਿਆਂ ਦਾ ਇਹ ਜਿਹੜਾ ਸਾਡਾ CBSE ਐਗਜ਼ਾਮ ਗਰੁੱਪ ਪਲੇਟਫਾਰਮ ਹੈਗਾ ਆਨਲਾਈਨ ਉਹਦੇ 'ਤੇ ਸਵਾਗਤ ਹੈ ਤੇ ਆਪਾਂ ਸਟਾਰਟ ਕਰਾਂਗੇ ਅਪ੍ਰੈਲ ਦੇ ਕਰੰਟ ਅਫੇਅਰਸ। ਸੋ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ 6 ਤੋਂ 7 ਕਲਾਸਿਸ ਦੇ ਵਿੱਚ ਕੰਪਲੀਟ ਕਰਨ ਦਾ ਅਪ੍ਰੈਲ ਦੇ ਕਰੰਟ ਅਫੇਅਰਸ ਦਾ ਤੇ ਲਗਭਗ ਤੁਹਾਡੀ 25 ਤੋਂ ਲੈ ਕੇ 30 ਮਿੰਟਸ ਦੀ ਕਲਾਸ ਹੋਇਆ ਕਰੂਗੀ ਤੇ ਤੁਹਾਡੇ ਜਿਹੜੇ ਪਹਿਲਾਂ ਆਪਾਂ ਅਪ੍ਰੈਲ ਦੇ ਕਰਾਂਗੇ ਫਿਰ ਮਈ ਦੇ ਕਰੰਟ ਅਫੇਅਰ ਐਵੇਂ ਕੰਟੀਨਿਊਸ ਜਿਸ ਹਿਸਾਬ ਨਾਲ ਐਗਜ਼ਾਮ ਹੋਣਗੇ ਆਪਾਂ ਸਾਰੇ ਕਰੰਟ ਅਫੇਅਰ ਨੂੰ ਕਵਰ ਕਰਾਂਗੇ। ਠੀਕ ਹੈ ਜੀ। ਤੇ ਵਿੱਚੋਂ ਜੀ ਆਪਾਂ ਸਟਾਰਟ ਕੀਤੇ ਸੀਗੇ ਪਰ ਕੋਵਿਡ ਦੇ ਕਾਰਨ ਫਿਰ ਆਪਾਂ ਹੋਲਡ ਦੇਣਾ ਪਿਆ ਕਰੰਟ ਅਫੇਅਰਸ ਨੂੰ। ਹੁਣ ਜਿਵੇਂ ਲੱਗ ਰਿਹਾ ਐਗਜ਼ਾਮ ਆਉਣ ਵਾਲਾ ਤਾਂ ਫਿਰ ਆਪਾਂ ਸਟਾਰਟ ਕੀਤੀ ਹੈ ਚੀਜ਼ ਕਿਉਂਕਿ ਪਿੱਛੇ ਵਾਲੇ ਕਰਨ ਦਾ ਜ਼ਿਆਦਾ ਰੈਲੇਵੈਂਸ ਹੈ ਨਹੀਂਗਾ। ਅਪ੍ਰੈਲ ਤੋਂ ਲੈ ਕੇ ਹੁਣ ਤੱਕ ਜਦੋਂ ਤੱਕ ਐਗਜ਼ਾਮ ਨਹੀਂ ਹੁੰਦਾ ਉਹ ਤੱਕ ਕਰਨ ਦਾ ਫਾਇਦਾ ਹੈਗਾ, ਅਪ੍ਰੈਲ ਤੋਂ ਪਹਿਲਾਂ ਕਰਨ ਦਾ ਕੋਈ ਫਾਇਦਾ ਹੈ ਨਹੀਂਗਾ। ਸੋ ਇਸ ਲਈ ਆਪਾਂ ਉਨਾ ਹੀ ਕਰੀਏ ਜੋ ਆਪਣੇ ਲਈ ਰਿਕੁਆਇਰਡ ਹੈਗਾ। ਸੋ ਇਸ ਲਈ ਪਹਿਲਾਂ ਬੰਦ ਕਰਤੇ ਸੀਗੇ, ਹੁਣ ਆਪਾਂ ਦੁਬਾਰਾ ਸਟਾਰਟ ਕੀਤੇ। ਹੁਣ ਲੱਗ ਰਿਹਾ ਵੀ ਤੁਹਾਡੇ ਐਗਜ਼ਾਮ ਬਹੁਤ ਹੀ ਨਜ਼ਦੀਕ ਆਉਣ ਵਾਲੇ ਆ, ਇਸ ਲਈ ਆਪਾਂ ਦੁਬਾਰਾ ਸਟਾਰਟ ਕੀਤੇ ਆ। ਠੀਕ ਹੈ। ਤੇ ਬਾਕੀ ਤੁਸੀਂ ਅਗਰ ਡਿਮਾਂਡ ਕਰੋਗੇ ਤਾਂ ਆਪਾਂ ਪ੍ਰੀਵੀਅਸ ਜਿਹੜੇ ਮਹੀਨਿਆਂ ਦੇ ਕਰੰਟ ਅਫੇਅਰ ਹੈਗੇ ਉਹ ਵੀ ਆਪਾਂ ਅਪਲੋਡ ਕਰਾਂਗੇ। ਸੋ ਆਪਣਾ ਅੱਜ ਦਾ ਪਹਿਲਾ ਕੁਐਸਚਨ ਹੈਗਾ ਵਜਰ ਪ੍ਰਹਾਰ 2021 ਵਾਸ ਕੰਡਕਟਡ ਇਨ ਮਾਰਚ 2021 ਬਿਟਵੀਨ ਵਿਚ ਟੂ ਕੰਟਰੀਜ਼। ਇੱਕ ਵਜਰ ਪ੍ਰਹਾਰ ਜਿਹੜੀ ਹੈਗੀ ਹੈ ਇੱਕ ਮਿਲਟਰੀ ਐਕਸਰਸਾਈਜ਼ ਹੈਗੀ ਹੈ ਜਿਹੜੀ ਕਿ ਇੰਡੀਆ ਤੋਂ USA ਦੇ ਵਿੱਚ ਕੰਡਕਟ ਕੀਤੀ ਜਾਂਦੀ ਹੈ। ਠੀਕ ਹੈ। ਸੋ ਮਿਲਟਰੀ ਐਕਸਰਸਾਈਜ਼ ਬਹੁਤ ਇੰਪੋਰਟੈਂਟ ਹੈ, ਐਗਜ਼ਾਮ ਦੇ ਵਿੱਚ ਪੁੱਛਣੀਆਂ ਜਾਂਦੀਆਂ ਹੁੰਦੀਆਂ ਜਿਵੇਂ ਕਿ ਸੂਰਿਆ ਕਿਰਨ ਹੈਗੀ ਹੈ ਜੋ ਕਿ ਨੇਪਾਲ ਦੇ ਨਾਲ ਹੁੰਦੀ ਹੈ, ਸ਼ਕਤੀ ਫਰਾਂਸ ਦੇ ਨਾਲ ਹੁੰਦੀ ਹੈ ਤੇ ਜਿਹੜੀ ਆਪਣੀ ਸੂਰਿਆ ਕਿਰਨ ਹੈਗੀ ਨੇਪਾਲ ਦੇ ਨਾਲ ਹੁੰਦੀ ਹੈ, ਗਰੁੜਾ ਸ਼ਕਤੀ ਹੈਗੀ ਹੈ ਇੰਡੋਨੇਸ਼ੀਆ ਦੇ ਨਾਲ ਹੁੰਦੀ ਹੈ। ਠੀਕ ਹੈ। ਸੋ ਅੱਡ ਐਕਸਰਸਾਈਜ਼ ਕੰਡਕਟ ਕਰਵਾਈਆਂ ਜਾਂਦੀਆਂ ਹੁੰਦੀਆਂ, ਇਹਨਾਂ ਨੂੰ ਤੁਸੀਂ ਪੈਨ ਡਾਊਨ ਵੀ ਕਰ ਸਕਦੇ ਹੋ। ਮੈਂ ਤੁਹਾਨੂੰ ਲਿਖਵਾ ਵੀ ਦੇਣਾ ਜੋ ਇੰਪੋਰਟੈਂਟ ਹੈਗੀਆਂ, ਜਿਵੇਂ ਕਿ ਵਜਰ ਪ੍ਰਹਾਰ ਇੰਡੀਆ ਅਤੇ USA ਦੇ ਵਿੱਚ ਹੁੰਦੀ ਹੈ। ਤੁਸੀਂ ਹੋਰ ਵੀ ਲਿਖ ਸਕਦੇ ਹੋ ਜਿਹੜੀ USA ਨਾਲ ਆਪਾਂ ਕਰਦੇ ਹਾਂ, ਜਿਵੇਂ ਕਿ ਯੁੱਧ ਅਭਿਆਸ, ਇਹ ਵੀ ਆਪਾਂ USA ਦੇ ਨਾਲ ਕੰਡਕਟ ਕਰਵਾਈ ਜਾਂਦੀ ਹੁੰਦੀ ਹੈ। ਇੱਕ ਮਲਾਬਾਰ ਐਕਸਰਸਾਈਜ਼ ਹੈਗੀ ਉਹ ਵੀ USA ਦੇ ਨਾਲ ਕੰਡਕਟ ਕਰਵਾਈ ਜਾਂਦੀ ਹੁੰਦੀ ਹੈ। ਠੀਕ ਹੈ। ਸੋ ਇੱਕ ਨੋਮੈਡਿਕ ਐਲੀਫੈਂਟ ਹੈਗੀ ਹੈ ਜੋ ਵਾਰ-ਵਾਰ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੁੰਦੀ ਹੈ। ਨੋਮੈਡਿਕ ਐਲੀਫੈਂਟ ਹੈਗੀ ਹੈ ਮੰਗੋਲੀਆ ਦੇ ਨਾਲ ਕੰਡਕਟ ਕਰਵਾਈ ਜਾਂਦੀ ਹੁੰਦੀ ਹੈ। ਇੱਕ ਹੈਗੀ ਹੈ ਇੰਦਰਾ ਐਕਸਰਸਾਈਜ਼, ਉਹ ਕਰਵਾਈ ਜਾਂਦੀ ਹੈ ਰਸ਼ੀਆ ਦੇ ਨਾਲ। ਇੱਕ ਵਰੁਣਾ ਐਕਸਰਸਾਈਜ਼ ਹੈਗੀ ਹੈ ਜੋ ਕਿ ਫਰਾਂਸ ਦੇ ਨਾਲ ਕਰਵਾਈ ਜਾਂਦੀ ਹੈ। ਫਿਰ ਮੈਂ ਰਿਪੀਟ ਕਰ ਦੇਣਾ, ਇੰਦਰਾ ਹੈਗੀ ਹੈ ਰਸ਼ੀਆ ਦੇ ਨਾਲ, ਨੋਮੈਡਿਕ ਐਲੀਫੈਂਟ ਮੰਗੋਲੀਆ ਦੇ ਨਾਲ, ਯੁੱਧ ਅਭਿਆਸ USA ਦੇ ਨਾਲ, ਵਜਰ ਪ੍ਰਹਾਰ ਵੀ USA ਦੇ ਨਾਲ, ਜਿਹੜੀ ਸੂਰਿਆ ਕਿਰਨ ਹੈਗੀ ਹੈ ਨੇਪਾਲ ਦੇ ਨਾਲ, ਸੋ ਸ਼ਕਤੀ ਫਰਾਂਸ ਦੇ ਨਾਲ। ਇਹ ਥੋੜ੍ਹੀ ਜਿਹੜੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀਆਂ ਆਪਾਂ ਉਹ ਕਰ ਲਈਆਂ। ਗਰੁੜਾ ਵੀ ਹੈਗੀ ਹੈ ਉਹ ਇੰਡੋਨੇਸ਼ੀਆ ਦੇ ਨਾਲ ਹੁੰਦੀ ਹੈ। ਠੀਕ ਹੈ ਜੀ। ਸੋ ਇਸੇ ਤਰ੍ਹਾਂ ਆਪਾਂ ਇੱਕ ਕੁਐਸਚਨ ਦੇ ਨਾਲ ਕਿੰਨੇ ਹੀ ਕੁਐਸਚਨ ਆਪਾਂ ਕਵਰ ਕਰ ਲਏ ਆ। ਠੀਕ ਹੈ ਜੀ। ਤੇ ਨੈਕਸਟ ਕੁਐਸਚਨ ਹੈਗਾ ਵਿਚ ਕੰਟਰੀ ਟੌਪ ਦਾ ਮੈਡਲ ਟੈਲੀ ਐਟ ਦਾ ISSF ਵਰਲਡ ਕੱਪ 2021 ਵਿਦ 30 ਮੈਡਲਸ। ਸੋ ਹੁਣੇ ਹੋਇਆ ਸੀਗਾ ਇੰਟਰਨੈਸ਼ਨਲ ਸ਼ੂਟਿੰਗ ਕੰਪੀਟੀਸ਼ਨ ਹੋਇਆ ਸੀਗਾ, ਉਹਦੇ ਵਿੱਚ ਕਿਹੜੀ ਕੰਟਰੀ ਨੇ ਟੌਪ ਕੀਤਾ ਤਾਂ ਆਪਣਾ ਆਨਸਰ ਆ ਜਾਊਗਾ ਇੰਡੀਆ ਨੇ ਟੌਪ ਕੀਤਾ। ਠੀਕ ਹੈ ਜੀ। ਹੁਣ ਨੈਕਸਟ ਕੁਐਸਚਨ ਬਣਦਾ ਹੈ ਵੀ ਜਿਹੜਾ ਵਰਲਡ ਕੱਪ ਹੋਇਆ ਹੈ, ਜਿਹੜਾ ਸ਼ੂਟਿੰਗ ਦਾ ਵਰਲਡ ਕੱਪ ਹੋਇਆ ਉਹ ਹੋਇਆ ਕਿੱਥੇ ਸੀਗਾ 2021 ਦਾ, ਤਾਂ ਆਪਣਾ ਆਨਸਰ ਆ ਜਾਊਗਾ ਇੰਡੀਆ ਦੇ ਵਿੱਚ ਕੰਡਕਟ ਕੀਤਾ ਗਿਆ ਸੀਗਾ ਤੇ ਇੰਡੀਆ ਨੇ ਹੀ ਟੌਪ ਕੀਤਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈਗਾ। ਠੀਕ ਹੈ ਜੀ। ਸੋ ਐਕਸਰਸਾਈਜ਼ ਹੈ ਆਪਾਂ ਫਿਰ ਰਿਪੀਟ ਕਰ ਲੈਂਦੇ ਹਾਂ। ਵਜਰ ਪ੍ਰਹਾਰ ਹੋਈ ਇੰਡੀਆ ਤੇ USA ਦੇ ਵਿੱਚ, ਯੁੱਧ ਅਭਿਆਸ ਵੀ ਇੰਡੀਆ ਤੇ USA ਦੇ ਵਿੱਚ, ਹੈਂਡ ਇਨ ਹੈਂਡ ਚਾਈਨਾ ਦੇ ਨਾਲ, ਤੇ ਜਿਹੜੀ ਸਮਰਪਿਤ ਹੈਗੀ ਹੈ ਉਹ ਨੇਪਾਲ ਦੇ ਨਾਲ, ਤੇ ਜਿਹੜੀ ਗਰੁੜਾ ਹੈਗੀ ਹੈ ਉਹ ਇੰਡੋਨੇਸ਼ੀਆ ਦੇ ਨਾਲ। ਸੋ ਇਸੇ ਤਰ੍ਹਾਂ ਆਪਾਂ ਰਿਪੀਟ ਕਰਦੇ ਜਾਵਾਂਗੇ। ISSF ਵਰਲਡ ਕੱਪ ਦੇ ਵਿੱਚ ਕਿਹਨੇ ਟੌਪ ਕੀਤਾ? ਇੰਡੀਆ ਨੇ ਟੌਪ ਕੀਤਾ। ਨੈਕਸਟ ਕੁਐਸਚਨ ਹੈਗਾ ਵਿਚ ਆਫ ਦਾ ਫੋਲੋਇੰਗ ਸਟੇਟ ਹੈਜ਼ ਲਾਂਚ ਦਾ ਦੇਖੋ ਆਪਣਾ ਪ੍ਰਦੇਸ਼ ਕੈਂਪੇਨ ਟੂ ਬੂਸਟ ਟੂਰਿਜ਼ਮ। ਸੋ ਅੱਡ ਸਟੇਟਸ ਨੇ ਜਿਹੜੀਆਂ ਸਕੀਮ ਲਾਂਚ ਕੀਤੀਆਂ ਹੁੰਦੀਆਂ ਉਹਨਾਂ ਬਾਰੇ ਕਈ ਵਾਰੀ ਪੁੱਛ ਲਿਆ ਜਾਂਦਾ ਹੁੰਦਾ। ਠੀਕ ਹੈ ਜੀ। ਸੋ ਵਿਚ ਆਫ ਦਾ ਫੋਲੋਇੰਗ ਸਟੇਟ ਲਾਂਚ ਦਾ ਦੇਖੋ ਆਪਣਾ ਪ੍ਰਦੇਸ਼ ਕੈਂਪੇਨ ਟੂ ਬੂਸਟ ਟੂਰਿਜ਼ਮ। ਸੋ ਟੂਰਿਜ਼ਮ ਨੂੰ ਵਧਾਉਣ ਵਾਸਤੇ ਅਰੁਣਾਚਲ ਪ੍ਰਦੇਸ਼ ਨੇ ਇੱਕ ਕੈਂਪੇਨ ਲਾਂਚ ਕੀਤਾ ਜਿਹਦਾ ਨਾਮ ਹੈਗਾ ਦੇਖੋ ਆਪਣਾ ਪ੍ਰਦੇਸ਼। ਸੋ ਅਦਰ ਸਟੇਟ ਹੈਗੀਆਂ ਜਿਹੜੀਆਂ ਆਪਣਾ ਟੂਰਿਜ਼ਮ ਕੈਂਪੇਨ ਨੂੰ ਲਾਂਚ ਕਰਦੀਆਂ, ਜਿਵੇਂ ਕਿ ਪੰਜਾਬ ਦਾ ਵੀ ਆਪਣਾ ਇੱਕ ਟੂਰਿਜ਼ਮ ਕੈਂਪੇਨ ਹੈਗਾ। ਸੋ ਪੰਜਾਬ ਦਾ ਆਪਣਾ ਵੀ ਇੱਕ ਕੈਂਪੇਨ ਹੈਗਾ ਜਾਂ ਕਹਿ ਸਕਦੇ ਹਾਂ ਲੋਗੋ ਹੈਗਾ ਜੀ। ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਹੁੰਦਾ ਵੀ ਜਿਹੜਾ ਪੰਜਾਬ ਦਾ ਟੂਰਿਜ਼ਮ ਪ੍ਰਮੋਟ ਕਰਨ ਵਾਸਤੇ ਕਿਹੜਾ ਲੋਗੋ ਯੂਜ਼ ਕੀਤਾ ਜਾਂਦਾ ਹੈ ਜਾਂ ਕਿਹੜੀ ਥੰਬਲਾਈਨ ਯੂਜ਼ ਕੀਤੀ ਜਾਂਦੀ ਹੈ, ਤਾਂ ਆਪਣਾ ਆਨਸਰ ਆ ਜਾਊਗਾ ਪੰਜਾਬ ਟੂਰਿਜ਼ਮ ਇੰਡੀਆ ਬਿਗਿਨਸ ਹੇਅਰ। ਠੀਕ ਹੈ ਜੀ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਪੰਜਾਬ ਦਾ ਕੀ ਲੋਗੋ ਹੈਗਾ ਜਾਂ ਕੀ ਪੰਜਾਬ ਦੀ ਥੰਬਲਾਈਨ ਹੈਗੀ ਹੈ ਪੰਜਾਬ ਦੇ ਟੂਰਿਜ਼ਮ ਨੂੰ ਪ੍ਰਮੋਟ ਕਰਨ ਵਾਸਤੇ, ਤਾਂ ਆਪਣਾ ਆਨਸਰ ਆ ਜਾਊਗਾ ਇੰਡੀਆ ਬਿਗਿਨਸ ਹੇਅਰ। ਇਹੀ ਆਪਣਾ ਆਨਸਰ ਹੈਗਾ। ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਵਾਲਾ। ਸੋ ਇਸ ਚੀਜ਼ ਨੂੰ ਤੁਸੀਂ ਮਿਸ ਨਹੀਂ ਕਰਨਾ। ਜੋ ਮੈਂ ਤੁਹਾਨੂੰ ਐਕਸਟਰਾ ਚੀਜ਼ਾਂ ਦੱਸਦਾ ਤੁਸੀਂ ਇਹਨਾਂ ਨੂੰ ਪੈਨ ਡਾਊਨ ਕਰਦੇ ਜਾਣਾ। ਇੰਡੀਆ ਬਿਗਿਨਸ ਹੇਅਰ ਇਹ ਪੰਜਾਬ ਦਾ ਜਿਹੜਾ ਟੂਰਿਜ਼ਮ ਹੈਗਾ ਉਹਨੂੰ ਪ੍ਰਮੋਟ ਕਰਨ ਵਾਸਤੇ ਇੱਕ ਲੋਗੋ ਹੈਗਾ। ਠੀਕ ਹੈ। ਸੋ ਦੇਖੋ ਆਪਣਾ ਪ੍ਰਦੇਸ਼ ਕਿਹਦਾ ਹੈਗਾ? ਇਹ ਹੈਗਾ ਅਰੁਣਾਚਲ ਪ੍ਰਦੇਸ਼ ਦਾ। ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਸਟਾਰਟ ਕਰਨ ਤੋਂ ਪਹਿਲਾਂ ਥੋੜ੍ਹੇ ਜਿਹੇ ਅਰੁਣਾਚਲ ਪ੍ਰਦੇਸ਼ ਬਾਰੇ ਜੋ ਇੰਪੋਰਟੈਂਟ ਫੈਕਟਸ ਹੈਗੇ ਆ ਉਹ ਤੁਹਾਨੂੰ ਕਵਰ ਕਰ ਦਿੰਦੇ ਆ। ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਹੈਗੀ ਈਟਾਨਗਰ। ਇਹਨਾਂ ਦੇ CM ਦਾ ਨਾਮ ਕੀ ਹੈਗਾ? ਪ੍ਰੇਮ ਖਾਂਡੂ। ਅਤੇ ਦੋ ਇੰਪੋਰਟੈਂਟ
ਦੋ ਮੋਸਟ ਇੰਪੋਰਟੈਂਟ ਟਾਈਗਰ ਰਿਜ਼ਰਵ ਹੈਗੇ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਜੋ ਅਕਸਰ ਐਗਜ਼ਾਮ ਦੇ ਵਿੱਚ ਪੁੱਛ ਲਏ ਜਾਂਦੇ ਹੁੰਦੇ ਆ, ਤੁਹਾਨੂੰ ਯਾਦ ਹੋਣੇ ਚਾਹੀਦੇ। ਇੱਕ ਤਾਂ ਹੈਗਾ ਪੱਕੇ ਟਾਈਗਰ ਰਿਜ਼ਰਵ, ਇੱਕ ਹੈਗਾ ਨਾਮਦਫਾ, ਠੀਕ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੇ ਆ। ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਆਪਣੀ ਬ੍ਰਹਮਪੁੱਤਰਾ ਨਦੀ ਕ੍ਰੋਸ ਕਰਦੀ ਹੈ ਅਰੁਣਾਚਲ ਪ੍ਰਦੇਸ਼ ਨੂੰ। ਸੋ ਇਸ ਥੋੜ੍ਹੀਆਂ ਚੀਜ਼ਾਂ ਜਿਹੜੀਆਂ ਸਟੈਟਿਕ ਜੀਕੇ ਦੀਆਂ ਹੈਗੀਆਂ ਆਪਾਂ ਉਹ ਵੀ ਕਰਨੀਆਂ। ਹੁਣ ਨੈਕਸਟ ਹੈਗਾ ਬੁੱਕਸ ਦੇ ਆਥਰ ਤੇ ਕੁਐਸਚਨ ਹੈਗਾ, ਹੂ ਇਜ਼ ਦ ਆਥਰ ਆਫ ਦ ਬੁੱਕ ਵਿਲ ਐਂਡ ਵਿਲਫੁਲ। ਜੋ ਇੰਪੋਰਟੈਂਟ ਬੁੱਕਸ ਹੋਣਗੀਆਂ ਉਹ ਮੈਂ ਤੁਹਾਨੂੰ ਕਰਾਉਂਦਾ ਜਾਊਂਗਾ। ਵਿਲ ਐਂਡ ਵਿਲਫੁਲ ਦਾ ਆਥਰ ਕੌਣ ਹੈਗਾ? ਨੇਹਾ ਸਿਨਹਾ। ਵਿਲ ਐਂਡ ਵਿਲਫੁਲ ਇੱਕ ਬਹੁਤ ਹੀ ਇੰਪੋਰਟੈਂਟ ਬੁੱਕ ਆਈ ਹੈ ਰੀਸੈਂਟ ਦੇ ਟਾਈਮ ਦੇ ਵਿੱਚ, ਤਾਂ ਉਹਦਾ ਆਥਰ ਕੌਣ ਹੈਗਾ? ਨੇਹਾ ਸਿਨਹਾ। ਵੀ ਸਟੇਟ ਲਾਂਚ ਦ ਮਿਸ਼ਨ ਬਿਗਨ ਅਗੇਨ। ਸੋ ਮਹਾਰਾਸ਼ਟਰ ਨੇ ਮਿਸ਼ਨ ਬਿਗਨ ਅਗੇਨ ਲਾਂਚ ਕੀਤਾ ਹੈ, ਬਹੁਤ ਇੰਪੋਰਟੈਂਟ ਹੈ। ਇਹਦਾ ਮਤਲਬ ਕੀ ਹੈ ਮਿਸ਼ਨ ਬਿਗਨ ਅਗੇਨ? ਮੇਨ ਏਮ ਇਹ ਸੀਗਾ ਵੀ ਮਿਸ਼ਨ ਬਿਗਨ ਅਗੇਨ ਦਾ ਵੀ ਜਿਹੜੇ ਕੋਵਿਡ-19 ਦੇ ਕੇਸ ਵੱਧ ਰਹੇ ਆ ਉਹਨੂੰ ਘਟਾਉਣ ਵਾਸਤੇ ਮਹਾਰਾਸ਼ਟਰ ਗਵਰਨਮੈਂਟ ਨੇ ਮਿਸ਼ਨ ਬਿਗਨ ਅਗੇਨ ਨੂੰ ਸਟਾਰਟ ਕੀਤਾ, ਠੀਕ ਹੈ। ਵਿਲ ਐਂਡ ਵਿਲਫੁਲ ਕਿਹਦੀ ਬੁੱਕ ਹੈਗੀ ਹੈ? ਨੇਹਾ ਸਿਨਹਾ ਦੀ। ਮਿਸ਼ਨ ਬਿਗਨ ਅਗੇਨ ਕਿਹਨੇ ਸਟਾਰਟ ਕੀਤਾ ਹੈਗਾ? ਮਹਾਰਾਸ਼ਟਰ ਨੇ, ਠੀਕ ਹੈ। ਸੋ ਵਾਰ-ਵਾਰ ਰਿਪੀਟ ਕਰਨੀਆਂ ਗੱਲਾਂ ਤੋਂ ਹੀ ਤੁਹਾਨੂੰ ਯਾਦ ਹੋਣਗੀਆਂ। ਵਜਰ ਪ੍ਰਹਾਰ ਕਿਹਦੇ ਵਿੱਚ ਹੋਈ ਸੀ ਐਕਸਰਸਾਈਜ਼? ਆਪਣੀ ਇੰਡੀਆ ਤੇ USA ਦੀ ਐਕਸਰਸਾਈਜ਼ ਸੀਗੀ। ਹੈਂਡ ਇਨ ਹੈਂਡ ਪੁੱਛ ਲਈ ਜਾਵੇ ਤਾਂ ਆਪਣੀ ਚਾਈਨਾ ਨਾਲ ਹੋਈ ਸੀਗੀ, ਠੀਕ ਹੈ। ਸੋ ਇਸੇ ਤਰ੍ਹਾਂ ਬਹੁਤ ਸਾਰੀਆਂ ਐਕਸਰਸਾਈਜ਼ਾਂ ਤੁਹਾਨੂੰ ਮੈਂ ਕਰਵਾ ਚੁੱਕਿਆ, ਜਿਵੇਂ ਕਿ ਗਰੁੜਾ ਹੈਗੀ ਹੈ, ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿਹਦੇ ਨਾਲ ਹੋਈ ਸੀਗੀ? ਇੰਡੋਨੇਸ਼ੀਆ ਦੇ ਨਾਲ ਹੋਈ ਸੀਗੀ ਮੈਨੂੰ, ਠੀਕ ਹੈ ਜੀ। ਉਸ ਤੋਂ ਬਾਅਦ ਵਰੁਣਾ ਕਿਹਦੇ ਨਾਲ ਹੋਈ ਸੀਗੀ? ਵਰੁਣਾ ਆਪਣੀ ਫਰਾਂਸ ਦੇ ਨਾਲ ਹੋਈ ਸੀਗੀ। ਇੰਦਰਾ ਰਸ਼ੀਆ ਦੇ ਨਾਲ, ਠੀਕ ਹੈ। ਸੋ ਇਸੇ ਤਰ੍ਹਾਂ ਆਪਾਂ ਕਾਫੀ ਚੀਜ਼ਾਂ ਨੂੰ ਰਿਵਾਈਜ਼ ਵੀ ਕਰਦੇ ਜਾਣਾ ਹੈ ਤੇ ਆਪਾਂ ਇਸੇ ਤਰ੍ਹਾਂ ਲੈਕਚਰ ਕਰਨਾ ਕਿ ਆਪਾਂ ਭੁੱਲੀਏ ਨਾ ਲੈਕਚਰ ਨੂੰ, ਠੀਕ ਹੈ। ਸੋ ਮੈਕਸਿਮਮ ਟਰਾਈ ਕਰ ਰਹੇ ਹਾਂ ਜਿੰਨਾ ਵੀ ਕੁਝ ਤੁਹਾਨੂੰ ਕਰਵਾ ਰਹੇ ਹਾਂ ਉਹਦੇ ਨਾਲ ਸਟੈਟਿਕ ਪੋਰਸ਼ਨ ਵੀ ਆਪਾਂ ਕਵਰ ਕਰ ਲਈਏ ਤੇ ਉਹਦਾ ਜਿਹੜਾ ਅੱਗੇ ਫਰਦਰ ਕਰੰਟ ਚੱਲ ਰਿਹਾ ਉਹ ਵੀ ਆਪਾਂ ਕਰੀਏ। ਹੁਣ ਆਪਾਂ ਕੁਝ ਮਹਾਰਾਸ਼ਟਰ ਦੇ ਰਿਲੇਟਡ ਜੋ ਫੈਕਟਸ ਹੈਗੇ ਤੁਹਾਨੂੰ ਮੈਂ ਦੱਸਦਾ ਸਟੈਟਿਕ ਜੀਕੇ ਦੇ ਰਿਗਾਰਡਿੰਗ। ਮਹਾਰਾਸ਼ਟਰ ਦੇ ਵਿੱਚ ਜਿਹੜੇ ਆਪਣੇ ਵੈਸਟਰਨ ਘਾਟਸ ਕ੍ਰੋਸ ਕਰਦੇ ਆ ਉਹਨਾਂ ਨੂੰ ਸ਼ਹਾਦਰੀ ਰੇਂਜਸ ਕਿਹਾ ਜਾਂਦਾ ਹੁੰਦਾ ਤੇ ਮਹਾਰਾਸ਼ਟਰ ਦੀ ਜਿਹੜੀ ਹਾਈਐਸਟ ਪੀਕ ਹੈਗੀ ਉਹਨੂੰ ਕਿਹਾ ਜਾਂਦਾ ਕਲਸੂਬਾਈ ਪੀਕ। ਇਹ ਕਈ ਵਾਰੀ ਐਗਜ਼ਾਮ ਦੇ ਪੁੱਛ ਲਿਆ ਜਾਂਦਾ ਹੁੰਦਾ ਵੀ ਰਾਜਸਥਾਨ ਦੀ ਕਿਹੜੀ ਹੈਗੀ ਹੈ, ਆਪਣੇ ਗੁਜਰਾਤ ਦੀ ਕਿਹੜੀ ਹੈਗੀ ਹੈ, ਤੇ ਆਪਣੇ ਜਿਹੜੇ ਵੀ ਮੇਜਰ ਸਟੇਟ ਹੈਗੇ ਆ ਜਿਵੇਂ ਕਿ ਤਾਮਿਲਨਾਡੂ ਹੋ ਗਿਆ ਜਾਂ ਕੇਰਲਾ ਹੋ ਗਿਆ, ਇਹਨਾਂ ਦੀਆਂ ਪੀਕਸ ਪੁੱਛ ਲਈਆਂ ਜਾਂਦੀਆਂ ਹੁੰਦੀਆਂ। ਮਹਾਰਾਸ਼ਟਰ ਦੀ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛੀ ਗਈ ਹੈਗੀ ਆ। ਮਹਾਰਾਸ਼ਟਰ ਦੀ ਹੈਗੀ ਹੈ ਕਲਸੂਬਾਈ, ਠੀਕ ਹੈ। ਸੋ ਨੈਕਸਟ ਇੰਪੋਰਟੈਂਟ ਪੁਆਇੰਟ ਹੈਗਾ ਮਹਾਰਾਸ਼ਟਰ ਬਾਰੇ ਕਿ ਇਹਦੇ ਵਿੱਚ ਕਿਹੜੇ ਕਿਹੜੇ ਟਾਈਗਰ ਰਿਜ਼ਰਵ ਹੈਗੇ ਆ। ਇੱਕ ਤਾਂ ਹੈਗਾ ਸ਼ਹਾਦਰੀ ਟਾਈਗਰ ਰਿਜ਼ਰਵ, ਇੱਕ ਹੈਗਾ ਬੋਰ, ਇੱਕ ਸੰਜੇ, ਇੱਕ ਹੈਗਾ ਪੰਚ ਟਾਈਗਰ ਰਿਜ਼ਰਵ। ਬਹੁਤ ਹੀ ਇੰਪੋਰਟੈਂਟ ਹੈਗੇ ਆ। 6 ਟਾਈਗਰ ਰਿਜ਼ਰਵ ਹੈਗੇ ਟੋਟਲ। ਸੋ ਮੈਂ ਤੁਹਾਨੂੰ ਕਰਵਾਤੇ ਜਿੰਨੇ ਵੀ ਹੈਗੇ ਇੰਪੋਰਟੈਂਟ ਇਹਦੇ ਵਿੱਚ। ਮਹਾਰਾਸ਼ਟਰ ਦੇ ਵਿੱਚ ਕਿਹੜੇ ਕਿਹੜੇ ਟਾਈਗਰ ਰਿਜ਼ਰਵ ਹੈਗੇ ਆ? ਬੋਰ, ਮੇਲਘਾਟ, ਪੰਚ, ਸ਼ਹਾਦਰੀਸ, ਠੀਕ ਹੈ। ਸੋ ਇਹ ਜਿਹੜੇ ਇੰਪੋਰਟੈਂਟ ਹੈਗੇ ਆ ਉਹ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ। ਕਿਹੜੇ ਕਿਹੜੇ ਹੈਗੇ ਆ? ਮੇਲਘਾਟ, ਬੋਰ, ਪੰਚ ਤੇ ਸ਼ਹਾਦਰੀ। ਸ਼ਹਾਦਰੀ ਇੱਕ ਜਿਹੜੀਆਂ ਵੈਸਟਰਨ ਘਾਟਸ ਹੈ ਮਹਾਰਾਸ਼ਟਰ 'ਚੋਂ ਕ੍ਰੋਸ ਕਰਦੇ ਉਹਨਾਂ ਨੂੰ ਸ਼ਹਾਦਰੀਜ਼ ਕਿਹਾ ਜਾਂਦਾ ਹੁੰਦਾ, ਠੀਕ ਹੈ। ਬਹੁਤ ਇੰਪੋਰਟੈਂਟ ਹੈਗੇ ਆ। ਬਾਕੀ ਅਜੰਤਾ ਤੇ ਲੋਰਾ ਦੀਆਂ ਜਿਹੜੀਆਂ ਗੁਫਾਵਾਂ ਹੈਗੀਆਂ ਉਹ ਮਹਾਰਾਸ਼ਟਰ ਦੇ ਵਿੱਚ ਹੀ ਹੈਗੀਆਂ, ਠੀਕ ਹੈ। ਸੋ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਜੋ ਕਰੰਟ ਦੇ ਨਾਲ ਆਪਾਂ ਰਿਲੇਟ ਕਰ ਸਕਦੇ ਹਾਂ। ਜੋ ਆਪਾਂ ਨੂੰ ਅੱਗੇ ਚੀਜ਼ਾਂ ਆਉਂਦੀਆਂ ਜਾਣਗੀਆਂ, ਕਰੰਟ ਵੀ ਰਿਲੇਟ ਕਰਾਂਗੇ ਤੇ ਸਟੈਟਿਕ ਵੀ ਰਿਲੇਟ ਕਰਾਂਗੇ। ਕੋਸ਼ਿਸ਼ ਕਰਾਂਗੇ ਤੁਹਾਨੂੰ ਐਪਰੋਪ੍ਰੀਏਟ ਕੀਤਾ ਜਾਵੇ ਜਨਰਲ ਨੌਲੇਜ ਦੇ ਵਿੱਚ, ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਵਿਚ ਐਡੀਸ਼ਨ ਆਫ ਦ ਮਿਨਿਸਟਰਲ ਕਾਨਫਰੰਸ ਆਫ ਹਾਰਟ ਆਫ ਏਸ਼ੀਆ ਇਸਤਾਨਬੁਲ ਪ੍ਰੋਸੈਸ ਔਨ ਅਫਗਾਨਿਸਤਾਨੀ ਦੁਸ਼ਮਣ। ਸੋ 9th ਐਡੀਸ਼ਨ ਸੀਗਾ ਹਾਰਟ ਆਫ ਕਾਨਫਰੰਸ ਦਾ। ਬਹੁਤ ਇੰਪੋਰਟੈਂਟ ਹੈਗਾ। ਹਾਰਟ ਆਫ ਕਾਨਫਰੰਸ ਕਿਉਂ ਕੰਡਕਟ ਕਰਵਾਈ ਜਾਂਦੀ ਹੁੰਦੀ ਹੈ? ਹਾਰਟ ਆਫ ਏਸ਼ੀਆ ਕਾਨਫਰੰਸ ਕਿਉਂ ਕੰਡਕਟ ਕਰਵਾਈ ਜਾਂਦੀ ਹੁੰਦੀ ਹੈ? ਹਾਰਟ ਆਫ ਏਸ਼ੀਆ ਕਾਨਫਰੰਸ ਕੰਡਕਟ ਕਰਾਉਣ ਦਾ ਮਤਲਬ ਇਹ ਹੈਗਾ ਜਾਂ ਮੇਨ ਏਮ ਇਹ ਹੈਗਾ ਵੀ ਜਿਹੜਾ ਅਫਗਾਨਿਸਤਾਨ ਦੇ ਵਿੱਚ ਇਨਸਟੈਬਿਲਿਟੀ ਹੈਗੀ, ਇੰਸਰਜੈਂਸੀ ਹੈਗੀ ਹੈ, ਉਹਨੂੰ ਕਿਸ ਢੰਗ ਦੇ ਨਾਲ ਮਿਟੀਗੇਟ ਕੀਤਾ ਜਾਵੇ, ਠੀਕ ਹੈ। ਸੋ ਮੇਨ ਏਮ ਇਹ ਹੈਗਾ ਹਾਰਟ ਆਫ ਏਸ਼ੀਆ ਕਾਨਫਰੰਸ ਦਾ ਵੀ ਜਿਹੜੀ ਆਪਣਾ ਅਫਗਾਨਿਸਤਾਨ ਹੈਗਾ ਜਿਹਦੀ ਕੈਪੀਟਲ ਹੈਗੀ ਹੈ ਕਾਬੁਲ। ਸੋ ਉਹਦੇ ਵਿੱਚ ਕਿਸ ਢੰਗ ਦੇ ਨਾਲ ਜਿਹੜੀ ਉੱਥੇ ਇੰਸਰਜੈਂਸੀ ਫੈਲੀ ਹੋਈ ਹੈ ਜਾਂ ਆਤੰਕਵਾਦ ਹੈਗਾ ਜਾਂ ਜੋ ਵੀ ਉੱਥੇ ਡਿਸਟਰਬੈਂਸ ਹੈਗੀ ਹੈ ਜਾਂ ਵਾਇਲੈਂਸ ਹੈਗੀ ਹੈ ਉਸ ਚੀਜ਼ ਨੂੰ ਘੱਟ ਕੀਤਾ ਜਾਵੇ, ਠੀਕ ਹੈ। ਸੋ ਬਹੁਤ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਇਹ ਤੁਸੀਂ ਯਾਦ ਰੱਖਣਾ ਵੀ ਕਿਹੜਾ ਐਡੀਸ਼ਨ ਸੀਗਾ ਹਾਰਟ ਆਫ ਏਸ਼ੀਆ ਕਾਨਫਰੰਸ ਦਾ, ਤਾਂ ਆਪਣਾ ਆਨਸਰ ਆ ਜਾਊਗਾ 9th ਐਡੀਸ਼ਨ ਸੀਗਾ ਹਾਰਟ ਆਫ ਏਸ਼ੀਆ ਕਾਨਫਰੰਸ ਦਾ, ਠੀਕ ਹੈ। ਸੋ ਨੈਕਸਟ ਹੈਗਾ ਮਿਨਿਸਟਰੀ ਆਫ ਸਟੇਟਸ ਫॉर द पोर्ट्स शिपिंग एंड द वाटरवेज फ्लैग्ड ऑफ द क्रूज सर्विसेज फ्रॉम द हजारिया पोर्ट ऑफ सूरत टू विच ऑफ द फॉलोइंग प्लेसेस। सो एक शिपिंग सर्विस लॉन्च की है हजारिया पोर्ट सूरत तो लैके कितों तक की हुई है, तो अपना आंसर आ जाऊगा दीव तक की है। दमन एंड दीव थोनों पता है अपनी एक यूनियन टैरेटरी हैगी है, उतों तक अपनी एक उन्होंने सर्विस लॉन्च की या कह सकते हैं शिप लॉन्च की हैगी है, ठीक है। सो ये भी थोनों पता होगा भी जी अपनी मिनिस्ट्री सीगी मिनिस्ट्री ऑफ वाटरवेज उन्होंने नवा नाम दिता गया, उन्होंने कहा जाता है हुण मिनिस्ट्री ऑफ स्टेट्स फॉर द पोर्ट शिपिंग एंड वाटरवेज। सो ये भी एग्जाम दे विच जिहड़े अपने लोकल लैवल के एग्जाम हैगे आ
ਜਾਂ ਕਹਿ ਸਕਦੇ ਹਾਂ ਆਪਣੇ ਸਟੇਟ ਲੈਵਲ ਦੇ ਐਗਜ਼ਾਮ ਹੈਗੇ ਉਹਨਾਂ ਵਿੱਚ ਕਈ ਵਾਰੀ ਇਹ ਜਿਹਾ ਕੁਐਸਚਨ ਵੀ ਪੁੱਛ ਲਿਆ ਜਾਂਦਾ ਹੁੰਦਾ ਵੀ ਜਿਹੜੀ ਪਹਿਲਾਂ ਮਿਨਿਸਟਰੀ ਆਫ ਵਾਟਰਵੇਜ਼ ਸੀਗੀ ਹੁਣ ਉਸ ਕਿਸ ਨਾਮ ਦੇ ਨਾਲ ਬੁਲਾਇਆ ਜਾਂਦਾ ਹੈ, ਤਾਂ ਆਪਣਾ ਆਨਸਰ ਆ ਜਾਊਗਾ ਮਿਨਿਸਟਰੀ ਆਫ ਸਟੇਟ ਫॉर ਪੋਰਟਸ ਸ਼ਿਪਿੰਗ ਐਂਡ ਵਾਟਰਵੇਜ਼ ਦੇ ਨਾਮ ਨਾਲ ਉਹਨੂੰ ਬੁਲਾਇਆ ਜਾਂਦਾ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੇ ਬਾਕੀ ਜੋ ਵੀ ਡਾਊਟਸ ਹੋਣਗੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ, ਅਤੇ ਜੋ ਵੀ ਤੁਹਾਡੀ ਕੁਐਰੀਜ਼ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋ, ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਵਿਚ ਕੰਟਰੀ ਇਜ਼ ਆਰਗੇਨਾਈਜ਼ਿੰਗ ਮਲਟੀਨੈਸ਼ਨਲ ਮਿਲਟਰੀ ਐਕਸਰਸਾਈਜ਼ ਓਗਰੈਂਸ਼ੀਨਾ। ਸੋ ਇੱਕ ਮਿਲਟਰੀ ਐਕਸਰਸਾਈਜ਼ ਲਾਂਚ ਕੀਤੀ ਗਈ ਹੈ, ਉਹ ਕਿਹੜੀ ਕੰਟਰੀ ਦੁਆਰਾ ਲਾਂਚ ਕੀਤੀ ਗਈ ਹੈ, ਤਾਂ ਆਪਣਾ ਆਨਸਰ ਆ ਜਾਊਗਾ ਬੰਗਲਾਦੇਸ਼ ਦੁਆਰਾ ਲਾਂਚ ਕੀਤੀ ਗਈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਆਪਾਂ ਕੁਛ ਮਿਲਟਰੀ ਐਕਸਰਸਾਈਜ਼ ਪਹਿਲਾਂ ਵੀ ਕਰ ਚੁੱਕੇ ਹਾਂ, ਜਿਵੇਂ ਕਿ ਵਜਰ ਪ੍ਰਹਾਰ ਇੰਡੀਆ US ਦੇ ਵਿੱਚ, ਯੁੱਧ ਅਭਿਆਸ ਮਾਲਾਬਾਰ ਐਕਸਰਸਾਈਜ਼, ਇਹ ਸਾਰੀਆਂ ਇੰਡੀਆ ਅਤੇ USA ਦੇ ਵਿੱਚ, ਹੈਂਡ ਇਨ ਹੈਂਡ ਚਾਈਨਾ ਦੇ ਨਾਲ, ਠੀਕ ਹੈ ਜੀ। ਅਤੇ ਗਰੁੜ ਐਕਸਰਸਾਈਜ਼ ਆਪਣੀ ਇੰਡੋਨੇਸ਼ੀਆ ਦੇ ਨਾਲ, ਅਤੇ ਹੋਰ ਵੀ ਆਪਾਂ ਕਾਫੀ ਐਕਸਰਸਾਈਜ਼ ਜਿਵੇਂ ਕਿ ਗਰੁੜਾ ਕੀਤੀ ਆ ਆਪਾਂ ਇੰਡੋਨੇਸ਼ੀਆ ਦੇ ਨਾਲ, ਵਰੁਣਾ ਹੈਗੀ ਹੈ ਉਹ ਫਰਾਂਸ ਦੇ ਨਾਲ, ਇੰਦਰਾ ਹੈਗੀ ਹੈ ਰਸ਼ੀਆ ਦੇ ਨਾਲ। ਸੋ ਆਪਾਂ ਕਾਫੀ ਐਕਸਰਸਾਈਜ਼ ਆਪਾਂ ਆਲਰੇਡੀ ਕਰ ਚੁੱਕੇ ਹਾਂ। ਸੋ ਵਾਟ ਇਜ਼ ਦਾ ਰੈਂਕ ਆਫ ਇੰਡੀਆ ਇਨ ਦਾ ਗਲੋਬਲ ਜੈਂਡਰ ਗੈਪ ਇੰਡੈਕਸ ਇਨ 2021। ਸੋ ਜਿਹੜੇ ਇੰਡੈਕਸਿਸ ਹੁੰਦੇ ਆ ਆਪਾਂ ਅਲੱਗ ਤੋਂ ਵੀ ਕਰਾਂਗੇ, ਪਰ ਜਿਹੜੇ ਹੁਣ ਆਪਾਂ ਆ ਰਹੇ ਆ ਆਪਾਂ ਉਹਨਾਂ ਬਾਰੇ ਪੜ੍ਹਦੇ ਹਾਂ। ਗਲੋਬਲ ਜੈਂਡਰ ਗੈਪ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ, ਤਾਂ ਆਪਣਾ ਆਨਸਰ ਆ ਜਾਊਗਾ 140 ਰੈਂਕ ਹੈਗਾ ਇੰਡੀਆ ਦਾ ਗਲੋਬਲ ਜੈਂਡਰ ਗੈਪ ਇੰਡੈਕਸ ਦੇ ਵਿੱਚ, ਠੀਕ ਹੈ। ਸੋ ਬਹੁਤ ਹੀ ਇੰਪੋਰਟੈਂਟ ਹੈਗਾ 2021 ਦੇ ਵਿੱਚ ਗਲੋਬਲ ਜੈਂਡਰ ਗੈਪ ਇੰਡੈਕਸ ਜਿਹੜਾ ਹੈਗਾ ਕਿਹਦੇ ਦੁਆਰਾ ਪਬਲਿਸ਼ ਕੀਤਾ ਜਾਂਦਾ, ਤਾਂ ਆਪਣਾ ਆਨਸਰ ਆ ਜਾਊਗਾ ਗਲੋਬਲ ਜੈਂਡਰ ਗੈਪ ਵਰਲਡ ਇਕੋਨਮਿਕ ਫੋਰਮ ਦੁਆਰਾ ਪਬਲਿਸ਼ ਕੀਤਾ ਜਾਂਦਾ ਹੁੰਦਾ, ਠੀਕ ਹੈ। ਸੋ ਵਰਲਡ ਇਕੋਨਮਿਕ ਫੋਰਮ ਦੇ ਜਿਹੜੇ ਹੈੱਡਕੁਆਟਰ ਹੈਗੇ ਆ ਡੈਵੋਸ ਦੇ ਵਿੱਚ ਹੈਗੇ ਆ ਸਵਿਟਜ਼ਰਲੈਂਡ ਦੇ ਵਿੱਚ। ਸੋ ਆਪਾਂ ਨੂੰ ਇਹ ਵੀ ਪੁੱਛ ਲਿਆ ਜਾਂਦਾ ਹੁੰਦਾ ਵੀ ਜਿਹੜਾ ਵਰਲਡ ਇਕੋਨਮਿਕ ਫੋਰਮ ਹੈਗਾ ਉਹਦੇ ਹੈੱਡਕੁਆਟਰ ਕਿੱਥੇ ਹੈਗੇ ਆ, ਤਾਂ ਆਪਣਾ ਆਨਸਰ ਆ ਜਾਊਗਾ ਡੈਵੋਸ ਦੇ ਵਿੱਚ ਹੈਗੇ ਆ। ਅਤੇ ਵਰਲਡ ਇਕੋਨਮਿਕ ਫੋਰਮ ਕੀ ਹੈਗੀ ਹੈ, ਇੱਕ ਨੋਨ ਗਵਰਨਮੈਂਟਲ ਆਰਗੇਨਾਈਜੇਸ਼ਨ ਹੈਗੀ ਹੈ ਜਿਹੜੀ ਇੱਕ ਸਮਿਟ ਕੰਡਕਟ ਕਰਾਉਂਦੀ ਹੈ ਵੀ ਆਪਣਾ ਵਰਲਡ ਦਾ ਫਿਊਚਰ ਕਿਸ ਢੰਗ ਦੇ ਨਾਲ ਹੋਣਾ ਚਾਹੀਦਾ, ਠੀਕ ਹੈ। ਸੋ ਗਲੋਬਲ ਜੈਂਡਰ ਗੈਪ ਇੰਡੈਕਸ 2021 ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ 140, ਠੀਕ ਹੈ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ ਹੂ ਵਿਲ ਰਿਸੀਵ ਸਰਸਵਤੀ ਸਨਮਾਨ ਫੋਰ 2020। ਸੋ ਸਰਸਵਤੀ ਸਨਮਾਨ 2020 ਦਾ ਕਿਹਨੂੰ ਮਿਲਿਆ ਹੈਗਾ, ਸ਼ਰਨ ਕੁਮਾਰ ਲਿੰਬਾਲੇ, ਠੀਕ ਹੈ। ਸੋ ਪ੍ਰੋਨਾਂਸੀਏਸ਼ਨ ਦੇ ਵਿੱਚ ਥੋੜ੍ਹੀ ਦਿੱਕਤ ਆ ਰਹੀ ਹੈ, ਸਹੀ ਤਰ੍ਹਾਂ ਨਹੀਂ ਪ੍ਰੋਨਾਊਂਸ ਕਰ ਰਿਹਾ ਕੀ ਨਾਮ ਹੈਗਾ, ਸ਼ਰਨ ਕੁਮਾਰ ਲਿੰਬਾਲੇ ਜਿਨ੍ਹਾਂ ਨੂੰ ਸਰਸਵਤੀ ਸਨਮਾਨ 2020 ਦਾ ਮਿਲਿਆ ਹੈਗਾ, ਠੀਕ ਹੈ। ਸੋ ਹੁਣ ਆਪਾਂ ਪੜ੍ਹਦੇ ਹਾਂ ਵੀ ਕਿਹੜੀ ਰਚਨਾ ਲਈ ਇਹਨਾਂ ਨੂੰ ਸਰਸਵਤੀ ਸਨਮਾਨ ਮਿਲਿਆ 2020 ਲਈ, ਆਪਾਂ ਉਹਨਾਂ ਬਾਰੇ ਪੜ੍ਹਦੇ ਹਾਂ। ਇਹਨਾਂ ਦੀ ਬੁੱਕ ਹੈਗੀ ਹੈ ਸਨਾਤਨ, ਉਹਨਾਂ ਲਈ ਦਿੱਤਾ ਗਿਆ ਹੈਗਾ ਸਰਸਵਤੀ ਸਨਮਾਨ। ਜਿਹੜੀਆਂ ਆਪਣੀਆਂ 22 ਲੈਂਗੁਏਜ ਹੈਗੀਆਂ ਜਿਹੜੀਆਂ ਕਿ 8 ਸ਼ਡਿਊਲ ਦੇ ਵਿੱਚ ਹੁੰਦੀਆਂ ਉਹਨਾਂ ਲਈ ਸਰਸਵਤੀ ਸਨਮਾਨ ਉਹਨਾਂ ਨੂੰ ਹੀ ਸਿਰਫ ਸਰਸਵਤੀ ਸਨਮਾਨ ਦਿੱਤਾ ਜਾਂਦਾ ਹੁੰਦਾ। ਜਿਹੜੀਆਂ ਆਪਣੀ 22 ਲੈਂਗੁਏਜਿਸ ਹੈਗੀਆਂ ਉਹਨਾਂ ਦੇ ਵਿੱਚੋਂ ਜਿਹੜੀ ਬੈਸਟ ਬੁੱਕ ਹੋਊਗੀ ਉਹਨੂੰ ਸਰਸਵਤੀ ਸਨਮਾਨ ਦਿੱਤਾ ਜਾਂਦਾ ਹੁੰਦਾ। ਸੋ ਡਾਕਟਰ ਸ਼ਰਨ ਕੁਮਾਰ ਲਿੰਬਾਲੇ ਨੂੰ ਦਿੱਤਾ ਗਿਆ ਉਹਨਾਂ ਦੀ ਬੁੱਕ ਸਨਾਤਨ ਦੇ ਲਈ, ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਇਹ ਕੇ ਬਿਰਲਾ ਜਿਹੜੀ ਫਾਊਂਡੇਸ਼ਨ ਹੈਗੀ ਆ ਉਹਨਾਂ ਦੁਆਰਾ ਸਟਾਰਟ ਕੀਤਾ ਗਿਆ ਸੀਗਾ। ਜਿਹੜੇ ਫਸਟ ਵਿਨਰ ਸੀਗੇ ਸਰਸਵਤੀ ਸਨਮਾਨ ਦੇ ਉਹ ਸੀਗੇ ਹਰੀਵੰਸ਼ ਰਾਏ ਬੱਚਨ, ਬਹੁਤ ਹੀ ਇੰਪੋਰਟੈਂਟ ਹੈ, ਜਿਹੜੇ ਕਿ ਅਮਿਤਾਭ ਬੱਚਨ ਦੇ ਫਾਦਰ ਹੈਗੇ ਆ। ਸੋ ਨੈਕਸਟ ਹੈਗਾ ਵਿਚ ਮਿਨਿਸਟਰੀ ਹੈਜ਼ ਲਾਂਚ ਦਾ MyNEP 2020 ਪਲੈਟਫਾਰਮ। ਸੋ ਮਿਨਿਸਟਰੀ ਆਫ ਐਜੂਕੇਸ਼ਨ ਇੱਕ ਪਲੈਟਫਾਰਮ ਹੈਗਾ MyNEP 2020 ਦੇ ਨਾਮ ਦਾ ਪਲੈਟਫਾਰਮ ਲਾਂਚ ਕੀਤਾ ਹੈਗਾ। ਤੁਹਾਨੂੰ ਪਤਾ ਵੀ ਹੈਗਾ ਵੀ ਨੈਸ਼ਨਲ ਐਜੂਕੇਸ਼ਨ ਪੋਲਿਸੀ 2020 ਆਈ ਹੈਗੀ ਹੈ, ਜਿਹੜੀ ਕਿ ਕਸਤੂਰੀ ਰੰਗਨ ਕਮੇਟੀ ਹੈਗੀ ਹੈ ਉਹਨਾਂ ਦੁਆਰਾ ਰੈਕਮੈਂਡ ਕੀਤੀ ਗਈ ਸੀਗੀ, ਜਿਹਦੇ ਵਿੱਚ ਆਪਣੀ ਜਿਹੜੀ 6% GDP ਹੈਗੀ ਹੈ ਉਹ ਐਜੂਕੇਸ਼ਨ ਦੇ ਵਿੱਚ ਲਾਈ ਜਾਊਗੀ। ਹੋਰ ਵੀ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਸੀਗੀਆਂ ਆਪਣੀ ਨਵੀਂ ਐਜੂਕੇਸ਼ਨ ਪੋਲਿਸੀ ਦੇ ਵਿੱਚ, ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਇਹ ਲਾਸਟ ਈਅਰ ਦਾ ਮੇਜਰ ਕਰੰਟ ਅਫੇਅਰ ਸੀਗਾ, ਠੀਕ ਹੈ। MyNEP 2020 ਪਲੈਟਫਾਰਮ ਕਿਹੜੀ ਮਿਨਿਸਟਰੀ ਦੁਆਰਾ ਲਾਂਚ ਕੀਤਾ ਗਿਆ, ਮਿਨਿਸਟਰੀ ਆਫ ਐਜੂਕੇਸ਼ਨ ਦੁਆਰਾ MyNEP ਪਲੈਟਫਾਰਮ ਲਾਂਚ ਕੀਤਾ ਗਿਆ, ਬਹੁਤ ਹੀ ਇੰਪੋਰਟੈਂਟ ਹੈ। ਜਿਹੜੇ ਆਪਣੇ ਮਿਨਿਸਟਰ ਆਫ ਐਜੂਕੇਸ਼ਨ ਹੈਗੇ ਉਹਨਾਂ ਦਾ ਨਾਮ ਹੈਗਾ ਸ਼੍ਰੀ ਰਮੇਸ਼ ਪੋਖਰੀਆਲ, ਜਿਹਨਾਂ ਨੂੰ ਨਿਸ਼ਾਂਕ ਵੀ ਕਿਹਾ ਜਾਂਦਾ ਹੁੰਦਾ, ਠੀਕ ਹੈ। ਸੋ MyNEP ਪਲੈਟਫਾਰਮ ਕਿਹਨਾਂ ਦੁਆਰਾ ਲਾਂਚ ਕੀਤਾ ਗਿਆ, ਮਿਨਿਸਟਰੀ ਆਫ ਐਜੂਕੇਸ਼ਨ ਦੁਆਰਾ, ਠੀਕ ਹੈ ਜੀ। ਸੋ ਜਿਹੜੀ ਆਪਣੀ ਨਿਊ ਐਜੂਕੇਸ਼ਨ ਪੋਲਿਸੀ ਆਈ ਹੈ ਕਿਹਨਾਂ ਦੀ ਰੈਕਮੈਂਡੇਸ਼ਨ ਦੇ ਬੇਸਿਸ 'ਤੇ ਆਈ ਸੀਗੀ, ਤਾਂ ਆਪਣਾ ਆਨਸਰ ਆ ਜਾਊਗਾ ਕੇ ਕਸਤੂਰੀ ਰੰਗਨ ਕਮੇਟੀ ਦੀ ਰੈਕਮੈਂਡੇਸ਼ਨ 'ਤੇ ਆਪਣੀ ਨਿਊ ਐਜੂਕੇਸ਼ਨ ਪੋਲਿਸੀ ਫਰੇਮ ਕੀਤੀ ਗਈ ਸੀਗੀ, ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ ਹੂ ਵਿਲ ਬੀ ਦਾ ਹੈਡ ਮਿਸ਼ਨ ਆਫ ਕਰਮ ਯੋਗੀ ਮਿਸ਼ਨ। ਸੋ ਕੌਣ ਸੀਗੇ ਹੈਡ ਜਿਹੜਾ ਕਰਮ ਯੋਗੀ ਮਿਸ਼ਨ ਦੇ, ਤਾਂ ਆਪਣਾ ਆਨਸਰ ਆ ਜਾਊਗਾ ਅਦਿਲ ਜੈਨ ਉੱਲੂ ਭਾਈ, ਠੀਕ ਹੈ। ਸੋ ਬਹੁਤ ਇੰਪੋਰਟੈਂਟ ਹੈਗਾ ਵੀ ਮਿਸ਼ਨ ਕਰਮ ਯੋਗੀ ਦੇ ਜਿਹੜੇ ਹੈੱਡ ਕੌਣ ਸੀਗੇ, ਤਾਂ ਆਪਣਾ ਆਨਸਰ ਆ ਜਾਊਗਾ ਅਦਿਲ
ਜੈਨ ਉਲ ਭਾਈ। ਮਿਸ਼ਨ ਕਰਮਯੋਗੀ ਦਾ ਮੇਨ ਏਮ ਸੀਗਾ ਵੀ ਕਪੈਸਿਟੀ ਬਿਲਡਿੰਗ ਕਰਨੀ, ਜਿਹੜੀ ਆਪਣੀ ਗੌਰਮੈਂਟ ਸਰਵਿਸਿਜ਼ ਹੈਗੀਆਂ ਉਹਦੇ ਵਿੱਚ ਕਪੈਸਿਟੀ ਬਿਲਡਿੰਗ ਨੂੰ ਐਨਹਾਂਸ ਕਰਨਾ। ਠੀਕ ਹੈ ਜੀ। ਸੋ ਇਹਨਾਂ ਨੂੰ ਹੈੱਡ ਕੌਣ ਕਰ ਰਿਹਾ ਸੀਗਾ ਮਿਸ਼ਨ ਕਰਮਯੋਗੀ ਨੂੰ? ਤਾਂ ਆਪਣਾ ਆਂਸਰ ਆ ਜਾਊਗਾ ਅਦਲ ਜੈਨ ਉਲ ਭਾਈ। ਠੀਕ ਹੈ। ਹੂ ਹੈਜ਼ ਬਿਨ ਕਨਫਰਡ ਦਾ ਕਲਿੰਗਾ ਰਤਨ ਅਵਾਰਡ। ਸੋ ਕਲਿੰਗਾ ਰਤਨ ਅਵਾਰਡ ਕਿਹਨੂੰ ਮਿਲਿਆ ਹੈਗਾ? ਤਾਂ ਆਪਣਾ ਆਂਸਰ ਆ ਜਾਊਗਾ ਵਿਸ਼ਵਾ ਭੂਸ਼ਣ ਹਰੀਚੰਦਨ ਨੂੰ। ਠੀਕ ਹੈ ਜੀ। ਸੋ ਕਲਿੰਗਾ ਰਤਨ ਅਵਾਰਡ ਕਿਹਨੂੰ ਮਿਲਿਆ ਹੈਗਾ? ਵਿਸ਼ਵਾ ਭੂਸ਼ਣ ਹਰੀਚੰਦਨ ਨੂੰ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਵੀ ਕਲਿੰਗਾ ਰਤਨ ਅਵਾਰਡ ਕਿਹਨੂੰ ਕਨਫਰਡ ਕੀਤਾ ਗਿਆ? ਤਾਂ ਆਪਣਾ ਆਂਸਰ ਆ ਜਾਊਗਾ ਵਿਸ਼ਵਾ ਭੂਸ਼ਣ ਹਰੀਚੰਦਨ ਨੂੰ। ਕਲਿੰਗਾ ਰਤਨ ਅਵਾਰਡ ਜਿਹੜਾ ਹੈਗਾ ਉੜੀਸਾ ਦੀ ਗੌਰਮੈਂਟ ਦੁਆਰਾ ਬੇਸਿਕਲੀ ਦਿੱਤਾ ਜਾਂਦਾ ਹੁੰਦਾ। ਸੋ ਕਰਮਯੋਗੀ ਮਿਸ਼ਨ ਨੂੰ ਕਿਹਨੇ ਹੈਡ ਕੀਤਾ? ਅਦਿਲ ਜੈਨ ਉਲ ਭਾਈ ਨੇ। ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੇ ਮੇਰਾ ਮੇਨ ਏਮ ਇਹੀ ਹੈਗਾ ਵੀ ਕਰੰਟ ਅਫੇਅਰ ਆਪਾਂ ਮਤਲਬ ਇੱਕ ਪ੍ਰੀਸਾਈਜ਼ ਲੈਵਲ ਦੇ ਪੜ੍ਹੀਏ ਜੋ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈਗੇ ਆ। ਠੀਕ ਹੈ। ਐਵੇਂ ਨਹੀਂ ਆਪਾਂ ਸਾਰੇ ਕਰੰਟ ਅਫੇਅਰ ਪੜ੍ਹੀ ਜਾਈਏ ਐਂਡ 'ਤੇ ਆਪਾਂ ਨੂੰ ਯਾਦ ਨਹੀਂ ਕੁਛ ਹੈਗਾ। ਆਪਣਾ ਮੇਨ ਏਮ ਹੈਗਾ ਵੀ ਆਪਾਂ ਮੈਕਸਿਮਮ ਰਿਟੇਨ ਕਰਕੇ ਰੱਖਣਾ ਐਗਜ਼ਾਮ ਤੱਕ। ਸੋ ਰਿਟੇਨ ਉਦੋਂ ਹੀ ਹੋ ਪਾਊਗਾ ਜਦੋਂ ਆਪਾਂ ਪ੍ਰੀਸਾਈਜ਼ ਲੈਵਲ ਦੇ ਕਰੰਟ ਅਫੇਅਰ ਕਰਾਂਗੇ। ਠੀਕ ਹੈ। ਸੋ ਮੇਰਾ ਮੇਨ ਏਮ ਇਹੀ ਹੈਗਾ ਵੀ ਤੁਹਾਨੂੰ ਇੱਕ ਸਰਟਨ ਲੈਵਲ ਦੇ ਪ੍ਰੀਸਾਈਜ਼ ਜੇ ਇੱਕ ਜੋ ਕਰੰਟ ਅਫੇਅਰ ਤੁਹਾਡੇ ਐਗਜ਼ਾਮ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੇ ਆਪਾਂ ਉਹਨਾਂ ਨੂੰ ਕਵਰ ਕਰਨਾ ਹੈ। ਜੋ ਉਹਦੇ ਨਾਲ ਮਿਲਦੇ ਜੁਲਦੇ ਸਟੈਟਿਕ ਫੈਕਟ ਹੈਗੇ ਆ ਜਾਂ ਉਹਦੇ ਨਾਲ ਜੋ ਵੀ ਕਰੰਟ ਜੁੜੇ ਆਪਾਂ ਤੁਹਾਨੂੰ ਦੱਸਣਾ ਹੈ। ਠੀਕ ਹੈ। ਸੋ ਆਪਾਂ ਨੈਕਸਟ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਹੂ ਇਜ਼ ਦਾ ਆਥਰ ਆਫ ਦਾ ਬੁੱਕ ਮਨੋਹਰ ਪਾਰੀਕਰ ਬ੍ਰਿਲੀਅੰਟ ਮਾਈਂਡ ਸਿੰਪਲ ਲਾਈਫ। ਸੋ ਇੱਕ ਬੁੱਕ ਲਿਖੀ ਗਈ ਹੈਗੀ ਹੈ ਮਨੋਹਰ ਪਾਰੀਕਰ ਬ੍ਰਿਲੀਅੰਟ ਮਾਈਂਡ ਸਿੰਪਲ ਲਾਈਫ। ਸੋ ਇਹਨਾਂ ਲਿਖੀ ਹੈਗੀ ਹੈ ਨਿਤਿਨ ਗੋਖਲੇ ਨੇ। ਆਪਾਂ ਨੂੰ ਬੁੱਕਸ ਕਾਫੀ ਪੁੱਛਣੀਆਂ ਜਾਂਦੀਆਂ ਹੁੰਦੀਆਂ ਐਗਜ਼ਾਮ ਦੇ ਵਿੱਚ। ਸੋ ਜੋ ਇੰਪੋਰਟੈਂਟ ਹੈਗੀਆਂ ਬੁੱਕਸ ਆਪਾਂ ਸਾਰੀਆਂ ਦੀ ਸਾਰੀਆਂ ਕਵਰ ਕਰਾਂਗੇ। ਸੋ ਮਨੋਹਰ ਪਾਰੀਕਰ ਬ੍ਰਿਲੀਅੰਟ ਮਾਈਂਡ ਸਿੰਪਲ ਲਾਈਫ ਕਿਹਦੇ ਦੁਆਰਾ ਲਿਖੀ ਗਈ ਹੈਗੀ ਹੈ? ਨਿਤਿਨ ਗੋਖਲੇ ਦੁਆਰਾ। ਇੱਕ ਆਪਾਂ ਆਲਰੇਡੀ ਵੀ ਬੁੱਕ ਪੜ੍ਹ ਚੁੱਕੇ ਹੈਗੇ ਆ ਜਿਹੜੀ ਕਿ ਲਿਖੀ ਹੈ ਨੇਹਾ ਸਿਨਹਾ ਨੇ। ਠੀਕ ਹੈ। ਸੋ ਨੈਕਸਟ ਹੈਗਾ 2023 ਫੀਫਾ ਵੂਮੈਨਸ ਵਰਲਡ ਕੱਪ ਵਿਲ ਬੀ ਹੈਲਡ ਇਨ ਵਿਚ ਆਫ ਦਾ 2 ਕੰਟਰੀਜ਼। ਸੋ ਫੀਫਾ ਵੂਮੈਨ ਵਰਲਡ ਕੱਪ ਕਿਹੜੀਆਂ 2 ਕੰਟਰੀਜ਼ ਦੇ ਵਿੱਚ ਕੰਡਕਟ ਕਰਵਾਇਆ ਜਾਊਗਾ 2023 ਵਾਲਾ? ਤਾਂ ਆਪਣਾ ਆਂਸਰ ਆ ਜਾਊਗਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਇਹ ਫੀਫਾ ਵੂਮੈਨ ਵਰਲਡ ਕੱਪ ਕੰਡਕਟ ਕਰਵਾਇਆ ਜਾਊਗਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਮੈਂ ਤੁਹਾਨੂੰ ਇੱਕ ਨੈਕਸਟ ਦੱਸਣਾ ਸੀਗਾ ਵੀ ਫੀਫਾ ਦੇ ਹੈੱਡਕੁਆਟਰ ਕਿੱਥੇ ਹੈਗੇ? ਜ਼ੂਰਿਕ ਦੇ ਵਿੱਚ ਹੈਗੇ ਆ। ਠੀਕ ਹੈ। ਅਤੇ ਇਹਨਾਂ ਦੇ ਇੱਕ ਹੈੱਡ ਕੌਣ ਹੈਗੇ ਆ? ਇਹ PCS 2000 ਜਿਹੜਾ ਆਪਣਾ 18 ਹੋਇਆ ਸੀਗਾ ਉਹਦੇ ਵਿੱਚ ਪੁੱਛਿਆ ਗਿਆ ਸੀਗਾ ਵੀ ਜਿਹੜਾ ਫੀਫਾ ਦੇ ਹੈੱਡ ਕੌਣ ਹੈਗੇ ਆ? ਤਾਂ ਉਹਨਾਂ ਦਾ ਨਾਮ ਹੈਗਾ ਜਿਆਨੀ ਇਨਫੈਂਟੋ। ਸੋ ਫੀਫਾ ਦੇ ਹੈੱਡਕੁਆਟਰ ਕਿੱਥੇ ਹੈਗੇ ਆ? ਜ਼ੂਰਿਕ ਦੇ ਵਿੱਚ ਹੈਗੇ ਆ। ਇਹ ਹੈੱਡਕੁਆਟਰ ਮੇਜਰ ਆਰਗੇਨਾਈਜੇਸ਼ਨ ਦੇ ਆਪਾਂ ਨੂੰ ਕਈ ਵਾਰੀ ਪੁੱਛ ਲਏ ਜਾਂਦੇ ਹੁੰਦੇ ਆ। ਸੋ ਇਹਨਾਂ ਦੇ ਚੇਅਰਪਰਸਨ ਕੌਣ ਹੈਗੇ ਆ ਫੀਫਾ ਦੇ? ਤਾਂ ਆਪਣਾ ਆਂਸਰ ਆ ਜਾਊਗਾ ਜਿਆਨੀ ਇਨਫੈਂਟਨੋ। ਬਹੁਤ ਹੀ ਇੰਪੋਰਟੈਂਟ ਹੈਗੇ ਆ। ਜਿਹੜਾ ਆਪਣਾ PCS 2018 ਹੋਇਆ ਸੀਗਾ ਉਹਦੇ ਵਿੱਚ ਉਹਨਾਂ ਦੇ ਪੁੱਛਿਆ ਗਿਆ ਸੀਗਾ ਵੀ ਜਿਹੜੇ ਫੀਫਾ ਦੇ ਚੇਅਰਪਰਸਨ ਜਾਂ ਹੈੱਡ ਕੌਣ ਹੈਗੇ ਆ? ਤਾਂ ਆਪਣਾ ਆਂਸਰ ਆ ਜਾਊਗਾ ਜਿਆਨੀ ਇਨਫੈਂਟੋ। ਅਤੇ ਜਿਹੜੇ ਹੈੱਡਕੁਆਟਰ ਹੈਗੇ ਆ ਫੀਫਾ ਦੇ ਉਹ ਕਿੱਥੇ ਹੈਗੇ? ਜ਼ੂਰਿਕ ਦੇ ਵਿੱਚ ਹੈਗੇ ਆ। ਬਹੁਤ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ ਮੂਵ ਕਰਦੇ ਹਾਂ। ਹੋਰ ਕੀ ਆਪਣੇ ਲਈ ਇੰਪੋਰਟੈਂਟ ਹੈਗਾ? ਨੈਕਸਟ ਫੀਫਾ ਦੇ ਨਾਲ ਮਿਲਦਾ ਜੁਲਦਾ ਇਹ ਕੁਐਸਚਨ ਹੈਗਾ ਵੀ ਜਿਹੜਾ ਫੀਫਾ ਦਾ ਵਰਲਡ ਕੱਪ ਜਿਹੜਾ ਹੈਗਾ 2022 ਦੇ ਵਿੱਚ ਹੋਣ ਵਾਲਾ ਮੈਨ ਵਰਲਡ ਕੱਪ ਹੈਗਾ ਉਹ ਕਿੱਥੇ ਹੋਣਾ? ਤਾਂ ਆਪਣਾ ਆਂਸਰ ਆ ਜਾਊਗਾ ਕਤਰ ਦੇ ਵਿੱਚ ਇਹ ਵਰਲਡ ਕੱਪ ਕਰਵਾਇਆ ਜਾਊਗਾ। ਬਹੁਤ ਇੰਪੋਰਟੈਂਟ ਹੈਗਾ। ਅਤੇ ਕਤਰ ਦੀ ਕੈਪੀਟਲ ਕੀ ਹੈਗੀ ਹੈ? ਤਾਂ ਆਪਣਾ ਆਂਸਰ ਆ ਜਾਊਗਾ ਕਤਰ ਦੀ ਕੈਪੀਟਲ ਹੈਗੀ ਹੈ ਦੋਹਾ। ਠੀਕ ਹੈ ਜੀ। ਸੋ ਜਿਹੜਾ ਆਪਣਾ 2020 ਮੈਨ ਵਰਲਡ ਕੱਪ ਹੈਗਾ ਉਹ ਕਿੱਥੇ ਕਰਵਾਇਆ ਜਾਊਗਾ? ਕਤਰ ਦੇ ਵਿੱਚ ਕਰਵਾਇਆ ਜਾਊਗਾ। ਜਿਹੜਾ ਵੂਮੈਨ ਵਰਲਡ ਕੱਪ ਹੈਗਾ ਉਹ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਕਰਵਾਇਆ ਜਾਊਗਾ 2023 ਦੇ ਵਿੱਚ। ਅਤੇ ਮਨੋਹਰ ਪਾਰੀਕਰ ਬ੍ਰਿਲੀਅੰਟ ਮਾਈਂਡ ਸਿੰਪਲ ਲਾਈਫ ਕਿਹਨੇ ਕਿਤਾਬ ਲਿਖੀ ਹੈ? ਤਾਂ ਆਪਣਾ ਆਂਸਰ ਆ ਜਾਊਗਾ ਨਿਤਿਨ ਗੋਖਲੇ ਨੇ ਇੱਕ ਬੁੱਕ ਲਿਖੀ ਹੈਗੀ ਹੈ। ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਐਡਵਰਡ ਹੈਗਰ ਹੈਜ਼ ਬੀਨ ਅਪੋਇੰਟਡ ਐਜ਼ ਦ ਨਿਊ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ। ਸੋ ਅੱਡ ਪ੍ਰਾਈਮ ਮਿਨਿਸਟਰ ਪੁੱਛ ਲਏ ਜਾਂਦੇ ਹੁੰਦੇ ਅੱਡ ਕੰਟਰੀਜ਼ ਦੇ ਵੀ ਕਿਹੜਾ ਅਪੋਇੰਟ ਕੀਤਾ ਗਿਆ ਪ੍ਰਾਈਮ ਮਿਨਿਸਟਰ। ਜਿਵੇਂ ਕਿ PCS 2018 ਦੇ ਵਿੱਚ ਪੁੱਛਿਆ ਗਿਆ ਸੀਗਾ ਵੀ ਉਸ ਟਾਈਮ 'ਤੇ ਪੁੱਛਿਆ ਗਿਆ ਸੀਗਾ ਵੀ ਸਾਊਥ ਕੋਰੀਆ ਦਾ ਪ੍ਰੈਜ਼ੀਡੈਂਟ ਕੌਣ ਅਪੋਇੰਟ ਕੀਤਾ ਜਾਂ ਪ੍ਰਾਈਮ ਮਿਨਿਸਟਰ ਕਿਹੜਾ ਸੀਗਾ। ਤਾਂ ਇਸੇ ਢੰਗ ਨਾਲ ਆਪਾਂ ਨੂੰ ਹੋਰਾਂ ਵੀ ਜਿਹੜੀਆਂ ਕੰਟਰੀਜ਼ ਦੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਪੁੱਛੇ ਜਾ ਸਕਦੇ ਆ। ਸੋ ਹੁਣ ਆਪਾਂ ਨੂੰ ਪੁੱਛਿਆ ਗਿਆ ਵੀ ਐਡਗਰ ਹੈਗਰ ਕਿਹੜੀ ਕੰਟਰੀ ਦਾ ਪ੍ਰਾਈਮ ਮਿਨਿਸਟਰ ਨਵਾਂ ਅਪੋਇੰਟ ਕੀਤਾ ਗਿਆ? ਤਾਂ ਆਪਣਾ ਆਂਸਰ ਆ ਜਾਊਗਾ ਸਲੋਵਾਕੀਆ ਦਾ ਪ੍ਰਾਈਮ ਮਿਨਿਸਟਰ ਅਪੋਇੰਟ ਕੀਤਾ ਗਿਆ। ਠੀਕ ਹੈ। ਸੋ ਨੈਕਸਟ ਹੈਗਾ ਹੂ ਹੈਜ਼ ਬਿਕਮ ਦਾ ਸੈਕਿੰਡ ਇੰਡੀਅਨ ਵੂਮਨ ਟੂ ਸਵਿਮ ਅਕਰੋਸ ਦਾ ਪਾਕ ਸਟੇਟ। ਸੋ ਪਾਕ ਸਟੇਟ ਜਿਹੜੀ ਸੈਕਿੰਡ ਇੰਡੀਅਨ ਵੂਮਨ ਹੈ ਜਿਹੜੀ ਪਾਕ ਸਟੇਟ ਨੂੰ ਕ੍ਰੋਸ ਕੀਤਾ ਤਾਂ ਆਪਣਾ ਆਂਸਰ ਆ ਜਾਊਗਾ ਸ਼ਿਆਮਾਲਾ ਗੋਲੀ। ਠੀਕ ਹੈ। ਸੋ ਤੁਸੀਂ ਇਹਨਾਂ ਦਾ ਨਾਮ ਧਿਆਨ ਰੱਖਣਾ ਕਿਉਂਕਿ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗੇ। ਪਾਲਕ ਸਟੇਟ ਕਿਹਦੇ ਵਿੱਚ ਹੈਗਾ? ਸ਼੍ਰੀਲੰਕਾ ਅਤੇ ਇੰਡੀਆ ਦੇ ਵਿੱਚ ਜਿਹੜਾ ਸਟੇਟ ਬਣਦਾ ਉਹਨੂੰ ਪਾਕ ਸਟੇਟ ਕਿਹਾ ਜਾਂਦਾ ਹੁੰਦਾ। ਠੀਕ ਹੈ। ਇੱਕ ਇੰਗਲਿਸ਼ ਚੈਨਲ ਬਹੁਤ ਫੇਮਸ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ। ਇੰਗਲਿਸ਼ ਚੈਨਲ ਕਿਤੇ ਹੈਗਾ? ਫਰਾਂਸ ਅਤੇ ਇੰਗਲੈਂਡ ਦੇ ਵਿੱਚ ਇੰਗਲਿਸ਼ ਚੈਨਲ ਹੈਗਾ। ਠੀਕ ਹੈ। ਇੱਕ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਗਿਬਰਾਲਟਰ ਸਟੇਟ ਕਿੱਥੇ ਹੈਗੀ ਹੈ? ਠੀਕ ਹੈ। ਗਿਬਰਾਲਟਰ ਸਟੇਟ ਹੈਗੀ ਹੈ
ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਟੇਟ ਹੈਗੀ ਹੈ ਗਿਬਰਾਲਟਰ ਸਟੇਟ। ਸਪੇਨ ਤੇ ਮੋਰੋਕੋ ਦੇ ਵਿੱਚ ਹੈਗੀ ਹੈ ਗਿਬਰਾਲਟਰ ਸਟੇਟ, ਠੀਕ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਇਹ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਹੁੰਦਾ, ਗਿਬਰਾਲਟਰ ਸਟੇਟ ਬਾਰੇ ਪੁੱਛ ਲਿਆ ਜਾਂਦਾ ਹੁੰਦਾ, ਆਪਣਾ ਮਲੱਕਾ ਸਟੇਟ ਬਾਰੇ ਪੁੱਛ ਲਿਆ ਜਾਂਦਾ ਹੁੰਦਾ, ਪਾਲਕ ਸਟੇਟ ਬਾਰੇ ਪੁੱਛ ਲਿਆ ਜਾਂਦਾ ਹੁੰਦਾ, ਇੰਗਲਿਸ਼ ਚੈਨਲ ਬਾਰੇ ਪੁੱਛ ਲਿਆ ਜਾਂਦਾ ਹੁੰਦਾ, ਮਰਮਰਾ ਸਟੇਟ ਬਾਰੇ ਪੁੱਛ ਲਿਆ ਜਾਂਦਾ ਹੁੰਦਾ, ਬਾਬਲੇ ਮੰਡਲ ਸਟੇਟ ਬਾਰੇ ਪੁੱਛ ਲਿਆ। ਸੋ ਇਹ ਕੁਝ ਇੰਪੋਰਟੈਂਟ ਫੈਕਟ ਹੈਗੇ ਜੋਗਰਾਫੀ ਦੇ। ਅਗਰ ਤੁਸੀਂ ਵਧੀਆ ਥਾਂ ਤੋਂ ਕਿਤੋਂ ਜੋਗਰਾਫੀ ਕੀਤੀ ਹੈ ਤੁਹਾਨੂੰ ਸਾਰੇ ਫੈਕਟਸ ਪਤਾ ਹੋਣਗੇ, ਠੀਕ ਹੈ। ਸੋ ਮੇਰਾ ਕੰਮ ਹੈਗਾ ਤੁਹਾਨੂੰ ਐਕਸਟਰਾ ਨੌਲੇਜ ਵੀ ਪ੍ਰੋਵਾਈਡ ਕਰਨਾ। ਸਿਰਫ ਕਰੰਟ ਤੱਕ ਆਪਾਂ ਸੀਮਿਤ ਨਹੀਂ ਰੱਖਣਾ ਚੀਜ਼ਾਂ ਨੂੰ, ਆਪਾਂ ਜਿੰਨਾ ਵਾਸਟ ਜਾ ਸਕਦੇ ਹਾਂ ਉਨਾ ਹੀ ਵਾਸਟ ਜਾਵਾਂਗੇ, ਮੈਕਸਿਮਮ ਟਰਾਈ ਕਰਾਂਗੇ ਤੁਹਾਨੂੰ ਕਰਵਾਉਣ ਦਾ। ਸੋ ਆਪਾਂ ਨੈਕਸਟ ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਵਿਚ ਕੰਟਰੀ ਲਾਂਚਡ ਬੈਕਾਲ GVD ਨਿਊਟ੍ਰੀਨੋ ਟੈਲੀਸਕੋਪ, ਗੀਗਾਟਨ ਵੋਲਿਊਮ ਡਿਟੈਕਟਰ ਨਿਊਟ੍ਰੀਨੋ ਟੈਲੀਸਕੋਪ। ਸੋ ਇਹ ਰਸ਼ੀਆ ਨੇ ਲਾਂਚ ਕੀਤਾ ਹੈਗਾ ਨਿਊਟ੍ਰੀਨੋ ਟੈਲੀਸਕੋਪ। ਸੋ ਇੱਕ ਤੁਹਾਨੂੰ ਪਤਾ ਹੀ ਹੋਊਗਾ ਬੈਕਾਲ ਲੇਕ ਹੈਗੀ ਹੈ, ਉਹ ਵੀ ਰਸ਼ੀਆ ਦੇ ਵਿੱਚ ਹੈਗੀ ਹੈ, ਉਹਦੇ ਨਾਮ ਤੋਂ ਹੀ ਇਹ ਜਿਹੜਾ ਨਿਊਟ੍ਰੀਨੋ ਟੈਲੀਸਕੋਪ ਲਾਂਚ ਕੀਤਾ ਗਿਆ, ਠੀਕ ਹੈ। ਸੋ ਇੰਡੀਆ ਦੇ ਵਿੱਚ ਵੀ ਇੱਕ ਨਿਊਟ੍ਰੀਨੋ ਟੈਲੀਸਕੋਪ ਜਾਂ ਕਹਿ ਸਕਦੇ ਨਿਊਟ੍ਰੀਨੋ ਆਬਜ਼ਰਵੇਟਰੀ ਲਾਈ ਗਈ ਹੈਗੀ ਹੈ। ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਕਿੱਥੇ ਲਾਈ ਗਈ ਹੈ, ਤਾਂ ਮੈਂ ਦੱਸ ਦੇਣਾ ਤੁਹਾਨੂੰ ਵੀ ਕਿੱਥੇ ਲਾਈ ਗਈ ਹੈਗੀ ਹੈ। ਜਿਹੜੀ ਆਪਣੀ ਨਿਊਟ੍ਰੀਨੋ ਆਬਜ਼ਰਵੇਟਰੀ ਹੈਗੀ ਇੰਡੀਆ ਦੀ, ਉਹ ਤਮਿਲਨਾਡੂ ਦੇ ਵਿੱਚ ਲਾਈ ਗਈ ਹੈਗੀ ਹੈ, ਬੋਡੋ ਹਿਲਸ ਦੇ ਵਿੱਚ, ਠੀਕ ਹੈ। ਸੋ ਕਾਫੀ ਪ੍ਰੋਟੈਸਟ ਹੋਇਆ ਸੀਗਾ ਬੋਡੋ ਹਿਲਸ ਦੇ ਵਿੱਚ ਵੀ ਇਹ ਜਿਹੜੀ ਨਿਊਟ੍ਰੀਨੋ ਆਬਜ਼ਰਵੇਟਰੀ ਹੈਗੀ ਹੈ ਇਹ ਆਪਣੀ ਜਿਹੜੀ ਹਾਰਮਫੁਲ ਹੈਗੀ ਹੈ। ਸੋ ਬਹੁਤ ਸਾਰੇ ਲੋਕਾਂ ਨੇ ਪ੍ਰੋਟੈਸਟ ਕੀਤਾ ਸੀਗਾ, ਪਰ ਗੌਰਮੈਂਟ ਨੇ ਸਿੱਧਾ ਸਿੱਧਾ ਕਹਿਤਾ ਸੀਗਾ ਵੀ ਇਹਦੇ ਕੋਈ ਵੀ ਹਾਰਮਫੁਲ ਇੰਪੈਕਟ ਹੈ ਨਹੀਂਗਾ। ਸੋ ਇਹ ਬਿਲਕੁਲ ਸੇਫ ਹੈਗੀ ਹੈ ਨਿਊਟ੍ਰੀਨੋ, ਕੋਈ ਇਹੋ ਜਿਹੇ ਪਾਰਟੀਕਲਸ ਹੈ ਨਹੀਂਗੇ ਜੋ ਤੁਹਾਡੇ ਲਈ ਖਰਾਬ ਕਰਨਗੇ ਜਾਂ ਤੁਹਾਨੂੰ ਖਰਾਬ ਕਰਨਗੇ। ਨਿਊਟ੍ਰੀਨੋ ਇੱਕ ਸਬ ਐਟੋਮਿਕ ਪਾਰਟੀਕਲ ਹੈਗਾ, ਠੀਕ ਹੈ, ਜਿਹੜਾ ਕਿ ਮਤਲਬ ਬਹੁਤ ਹੀ ਇੱਕ ਸਮੋਲ ਪਾਰਟੀਕਲ ਹੈਗਾ, ਠੀਕ ਹੈ। ਸੋ ਆਪਣੀ ਬੋਡੀ ਦੇ ਵਿੱਚੋਂ ਕ੍ਰੋਸ ਕਰ ਸਕਦਾ ਹੈ, ਇੱਕ ਅਰਥ ਦੇ ਵਿੱਚੋਂ ਕ੍ਰੋਸ ਕਰ ਸਕਦਾ ਹੈ। ਸੋ ਬਹੁਤ ਹੀ ਸਮੋਲ ਪਾਰਟੀਕਲ ਹੈਗੇ ਆ, ਉਹਨਾਂ ਨੂੰ ਅਬਜ਼ਰਵ ਕਰਨ ਵਾਸਤੇ ਇੱਕ ਆਬਜ਼ਰਵੇਟਰੀ ਲਾਈ ਗਈ ਹੈਗੀ ਹੈ, ਠੀਕ ਹੈ। ਸੋ ਬਹੁਤ ਇੰਪੋਰਟੈਂਟ ਹੈਗਾ। ਸੋ ਨੈਕਸਟ ਹੈਗਾ ਵਿਚ ਰੇਲਵੇ ਜ਼ੋਨ ਆਫ ਇੰਡੀਆ ਹੈਜ਼ ਬਿਕਮ ਦਾ ਫਸਟ ਫੁਲੀ ਇਲੈਕਟ੍ਰੀਫਾਈਡ ਰੇਲਵੇ ਜ਼ੋਨ ਇਨ ਦਾ ਕੰਟਰੀ। ਸੋ ਵਿਚ ਰੇਲਵੇ ਜ਼ੋਨ ਆਫ ਇੰਡੀਆ ਹੈਜ਼ ਬਿਕਮ ਦਾ ਫਸਟ ਫੁਲੀ ਇਲੈਕਟ੍ਰੀਫਾਈਡ ਰੇਲਵੇ ਜ਼ੋਨ ਇਨ ਦਾ ਕੰਟਰੀ। ਸੋ ਕਿਹੜੀ ਹੈ ਜੀ ਰੇਲਵੇ ਜ਼ੋਨ ਹੈਗੀ ਹੈ ਜੋ ਫੁੱਲੀ ਇਲੈਕਟ੍ਰੀਫਾਈਡ ਬਣੀ ਹੈ ਹੁਣੇ ਰੀਸੈਂਟਲੀ ਇੰਡੀਆ ਦੇ ਵਿੱਚ? ਤਾਂ ਆਪਣਾ ਆਨਸਰ ਆ ਜਾਊਗਾ ਵੈਸਟ ਸੈਂਟਰਲ ਰੇਲਵੇ, ਜਿਹੜੀ ਕਿ ਫੁੱਲੀ ਇਲੈਕਟ੍ਰੀਫਾਈਡ ਰੇਲਵੇ ਜ਼ੋਨ ਬਣਾਈ ਗਈ ਹੈ ਇੰਡੀਆ ਦੁਆਰਾ, ਠੀਕ ਹੈ। ਵਿਚ ਕੰਟਰੀ ਹੈਜ਼ ਲਾਂਚਡ ਬੈਕਾਲ GVD ਨਿਊਟ੍ਰੀਨੋ ਟੈਲੀਸਕੋਪ? ਤਾਂ ਆਪਣਾ ਆਨਸਰ ਆ ਜਾਊਗਾ ਰਸ਼ੀਆ ਨੇ ਬੈਕਾਲ GVD ਟੈਲੀਸਕੋਪ ਲਾਂਚ ਕੀਤਾ। ਇੰਡੀਆ ਨੇ ਕਿੱਥੇ ਕੀਤਾ ਹੈਗਾ? ਤਮਿਲਨਾਡੂ ਦੇ ਵਿੱਚ, ਬੋਡੋ ਹਿਲਸ ਦੇ ਵਿੱਚ। ਸੋ ਇਹ ਵੀ ਤੁਸੀਂ ਯਾਦ ਰੱਖਣਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈਗਾ। ਨਿਊਟ੍ਰੀਨੋ ਕੀ ਹੁੰਦੇ ਆ? ਸਬ ਐਟੋਮਿਕ ਪਾਰਟੀਕਲਸ ਹੁੰਦੇ ਆ ਨਿਊਟ੍ਰੀਨੋਸ, ਠੀਕ ਹੈ। ਸੋ ਆਪਾਂ ਨੈਕਸਟ ਮੂਵ ਕਰਦੇ ਹਾਂ। ਕੁਝ ਹੋਰ ਇੰਡੈਕਸ ਹੈਗੇ ਆ ਜੋ ਤੁਹਾਨੂੰ ਮੈਂ ਕਰਵਾਉਣਾ ਚਾਹੂੰਗਾ, ਤੁਸੀਂ ਇਹਨੂੰ ਪੈਨ ਡਾਊਨ ਕਰ ਸਕਦੇ ਹੋ ਅਤੇ ਜਿਹੜੀ ਆਪਣੀ ਨੌਲੇਜ ਆ ਉਹਨੂੰ ਹੋਰ ਇਨਹਾਂਸ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਇਹਨੂੰ ਪੈਨ ਡਾਊਨ ਜ਼ਰੂਰ ਕਰ ਲੈਣਾ, ਜਿੰਨੇ ਵੀ ਕਰੰਟ ਅਫੇਅਰ ਤੁਹਾਨੂੰ ਐਕਸਟਰਾ ਕਰਵਾਉਣਾ ਇੱਕ ਕਾਪੀ ਪੈਨ ਜ਼ਰੂਰ ਲਾ ਲਓ, ਪੈਨ ਡਾਊਨ ਕਰਦੇ ਰਹਿਣਾ। ਜਿੰਨੇ ਵੀ ਕੁਐਸਚਨ ਕਰਵਾਏ ਉਹਨਾਂ ਨੂੰ ਵੀ ਤੁਸੀਂ ਪੈਨ ਡਾਊਨ ਕਰ ਸਕਦੇ ਹੋ, ਠੀਕ ਹੈ। ਕਰੰਟ ਅਫੇਅਰਸ ਦੀ ਅੱਡ ਕਾਪੀ ਬਣਾ ਲਓ, ਉਹ 'ਤੇ ਪੈਨ ਡਾਊਨ ਕਰ ਸਕਦੇ ਹੋ, ਠੀਕ ਹੈ। ਸੋ ਜਿਵੇਂ ਕਿ ਇੰਡੀਆ ਦਾ ਰੈਂਕ ਹੈਗਾ 87th ਇਨ ਗਲੋਬਲ ਐਨਰਜੀ ਟ੍ਰਾਂਜੀਸ਼ਨ ਇੰਡੈਕਸ ਦੇ ਵਿੱਚ, ਠੀਕ ਹੈ। ਜਿਹੜੇ 2021 ਦੇ ਵਿੱਚ ਇੰਡੈਕਸ ਹੋਏ ਆ ਉਹ ਤੁਹਾਨੂੰ ਕਰਵਾਉਣਾ। ਗਲੋਬਲ ਐਨਰਜੀ ਟ੍ਰਾਂਜੀਸ਼ਨ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਹੈਗਾ 87th, ਜਿਹੜਾ ਕਿ ਲਾਂਚ ਕੀਤਾ ਜਾਂਦਾ ਹੁੰਦਾ ਵਰਲਡ ਇਕਨੋਮਿਕ ਫੋਰਮ ਦੁਆਰਾ। ਗਲੋਬਲ ਐਨਰਜੀ ਟ੍ਰਾਂਜੀਸ਼ਨ ਇੰਡੈਕਸ ਇੰਡੀਆ ਦਾ ਰੈਂਕ ਹੈਗਾ 87, ਠੀਕ ਹੈ। ਸੋ ਨੈਕਸਟ ਹੈਗਾ ਵਰਲਡ ਪ੍ਰੈਸ ਫਰੀडम ਇੰਡੈਕਸ ਦੇ ਵਿੱਚ 2021 ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 142ਵਾਂ ਰੈਂਕ ਹੈਗਾ ਵਰਲਡ ਪ੍ਰੈਸ ਫਰੀडम ਇੰਡੈਕਸ 2021 ਦੇ ਵਿੱਚ, ਠੀਕ ਹੈ। ਸੋ ਗਲੋਬਲ ਐਨਰਜੀ ਟ੍ਰਾਂਜੀਸ਼ਨ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 87th। 142 ਰੈਂਕ ਹੈਗਾ ਇੰਡੀਆ ਦਾ ਵਰਲਡ ਪ੍ਰੈਸ ਫਰੀडम ਇੰਡੈਕਸ ਦੇ ਵਿੱਚ 2021 ਦੇ ਵਿੱਚ, ਠੀਕ ਹੈ। ਸੋ ਆਪਣਾ ਨੈਕਸਟ ਹੈਗਾ ਹੈਨਲੇ ਪਾਸਵਰਡ ਇੰਡੈਕਸ ਦੇ ਵਿੱਚ ਇੰਡੀਆ ਦਾ ਕਿੰਨਾ ਰੈਂਕ ਹੈਗਾ? ਸੋ ਨੈਕਸਟ ਹੈਗਾ ਇਨਕਲੂਸਿਵ ਇੰਟਰਨੈਟ ਇੰਡੈਕਸ ਦੇ ਵਿੱਚ ਇੰਡੀਆ ਦਾ ਕਿੰਨਾ ਰੈਂਕ ਹੈਗਾ? ਤਾਂ ਆਪਣਾ ਆਨਸਰ ਆ ਜਾਊਗਾ 49th ਰੈਂਕ ਹੈਗਾ ਇੰਡੀਆ ਦਾ ਇਨਕਲੂਸਿਵ ਇੰਟਰਨੈਟ ਇੰਡੈਕਸ ਦੇ ਵਿੱਚ, ਠੀਕ ਹੈ। ਇਹ ਲਾਂਚ ਕੀਤਾ ਜਾਂਦਾ ਹੁੰਦਾ ਇਕੋਨਮਿਸਟ ਇੰਟੈਲੀਜੈਂਸ ਯੂਨਿਟ ਦੁਆਰਾ, ਠੀਕ ਹੈ। ਇੰਡੀਆ ਦਾ ਰੈਂਕ ਕਿੰਨਾ ਹੈਗਾ ਇਨਕਲੂਸਿਵ ਇੰਟਰਨੈਟ ਇੰਡੈਕਸ ਦੇ ਵਿੱਚ? ਤਾਂ ਆਪਣਾ ਆਨਸਰ ਆ ਜਾਊਗਾ 49th ਰੈਂਕ ਹੈਗਾ, ਠੀਕ ਹੈ। ਗਲੋਬਲ ਐਨਰਜੀ ਟ੍ਰਾਂਜੀਸ਼ਨ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 87th ਰੈਂਕ ਹੈਗਾ। ਵਰਲਡ ਪ੍ਰੈਸ ਫਰੀडम ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 142 ਰੈਂਕ ਹੈਗਾ, ਠੀਕ ਹੈ। ਅਤੇ ਨੈਕਸਟ ਹੈਗਾ ਆਪਣਾ ਇਨਕਲੂਸਿਵ ਇੰਟਰਨੈਟ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? ਤਾਂ ਆਪਣਾ ਆਨਸਰ ਆ ਜਾਊਗਾ 49th ਰੈਂਕ ਹੈਗਾ। ਨੈਕਸਟ ਹੈਗਾ ਆਪਾਂ ਤੁਹਾਨੂੰ ਮੈਂ ਕਰਵਾ ਚੁੱਕਿਆ ਜੈਂਡਰ ਗੈਪ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 140th ਰੈਂਕ ਹੈਗਾ, ਠੀਕ ਹੈ। ਸੋ ਨੈਕਸਟ ਹੈਗਾ ਇੰਡੀਆ ਰੈਂਕਸ 40th ਔਨ
ਨੈਸ਼ਨਲ ਇੰਟੈਲੈਕਚੁਅਲ ਪ੍ਰੋਪਰਟੀ ਇੰਡੈਕਸ, ਠੀਕ ਹੈ। ਤੇ ਇੱਕ ਇੰਟਰਨੈਸ਼ਨਲ ਇੰਟੈਲੈਕਚੁਅਲ ਪ੍ਰੋਪਰਟੀ ਇੰਡੈਕਸ ਲਾਂਚ ਕੀਤਾ ਜਾਂਦਾ ਹੈਗਾ। ਉਹਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 40th ਰੈਂਕ ਹੈਗਾ ਇੰਟਰਨੈਸ਼ਨਲ ਇੰਟੈਲੈਕਚੁਅਲ ਪ੍ਰੋਪਰਟੀ ਇੰਡੈਕਸ ਦੇ ਵਿੱਚ, ਠੀਕ ਹੈ। ਸੋ ਇਹ ਸਾਰੇ ਤੁਸੀਂ ਪੈਨ ਡਾਊਨ ਕਰ ਲੈਣੇ। ਇਹ ਤੁਹਾਨੂੰ ਮੈਂ ਤਾਂ ਬੋਲ ਕੇ ਦੱਸ ਰਿਹਾ ਵੀ ਤੁਹਾਡਾ ਕਾਪੀ ਪੈਨ ਚੱਲਦਾ ਰਹਿਣਾ ਚਾਹੀਦਾ। ਹਾਲਾਂਕਿ ਮੈਂ ਸਲਾਈਡ ਬਣਾ ਸਕਦਾ ਸੀ ਇਹਦੀ, ਪਰ ਮੈਂ ਚਾਹੁੰਦਾ ਤੁਸੀਂ ਇਹਨਾਂ ਨੂੰ ਪੈਨ ਡਾਊਨ ਕਰੋ। ਤੁਹਾਡੇ ਕੋਲ ਕਾਪੀ ਪੈਨ ਹੋਣਾ ਚਾਹੀਦਾ ਜਦੋਂ ਵੀ ਤੁਸੀਂ ਲੈਕਚਰ ਵੇਖ ਰਹੇ ਹੋ। ਤੁਹਾਨੂੰ ਮੈਂ ਰੋਜ਼ ਕੁਛ ਨਾ ਕੁਛ ਇਹ ਚੀਜ਼ਾਂ ਦੱਸਿਆ ਕਰੂੰਗਾ। ਰੋਜ਼ ਤੁਸੀਂ ਆਪਣਾ ਕਾਪੀ ਪੈਨ ਰੱਖਣਾ। ਜੋ ਵੀ ਮੈਂ ਐਕਸਟਰਾ ਚੀਜ਼ਾਂ ਦੱਸਦਾ ਮੈਂ ਤੁਹਾਨੂੰ ਤੁਸੀਂ ਨਾਲ ਦੀ ਨਾਲ ਉਹਨਾਂ ਨੂੰ ਪੈਨ ਡਾਊਨ ਕਰਦੇ ਜਾਣਾ। ਰੋਜ਼ ਤੁਹਾਨੂੰ ਕੋਈ ਨਾ ਕੋਈ ਐਕਸਟਰਾ ਚੀਜ਼ ਇੱਦਾਂ ਹੀ ਦੱਸੀ ਜਾਊਗੀ। ਸੋ ਅੱਜ ਫਸਟ ਡੇ ਸੀਗਾ, ਆਪਾਂ ਰਿਪੀਟ ਕਰ ਲੈਂਦੇ ਹਾਂ ਕਿਉਂਕਿ ਤੁਹਾਡੇ ਕੋਲ ਪ੍ਰੀਪੇਅਰਡ ਨਹੀਂ ਹੋਣੇ ਤੁਸੀਂ। ਸੋ ਵੇਖਿਆ ਜਾਵੇ ਤਾਂ ਆਪਣਾ ਜਿਹੜਾ ਹੈਗਾ ਗਲੋਬਲ ਐਨਰਜੀ ਟ੍ਰਾਂਜੀਸ਼ਨ ਇੰਡੈਕਸ ਦੇ ਵਿੱਚ 87th ਰੈਂਕ ਹੈਗਾ ਇੰਡੀਆ ਦਾ, ਠੀਕ ਹੈ। ਜਲਦੀ ਜਲਦੀ ਆਪਾਂ ਰਿਪੀਟ ਕਰਦੇ ਹਾਂ। ਵਰਲਡ ਪ੍ਰੈਸ ਫਰੀडम ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਹੈਗਾ 142 ਤੇ ਇਨਕਲੂਸਿਵ ਇੰਟਰਨੈਟ ਇੰਡੈਕਸ ਦੇ ਵਿੱਚ ਹੈਗਾ 49th ਰੈਂਕ ਇੰਡੀਆ ਦਾ ਤੇ ਗਲੋਬਲ ਜੈਂਡਰ ਇੰਡੈਕਸ ਗੈਪ ਇੰਡੈਕਸ ਦੇ ਵਿੱਚ ਹੈਗਾ 140th ਰੈਂਕ ਤੇ ਇੰਟਰਨੈਸ਼ਨਲ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਇੰਡੈਕਸ ਦੇ ਵਿੱਚ ਹੈਗਾ 40th ਰੈਂਕ। ਸੋ ਮੈਂ ਡੇਲੀ ਤੁਹਾਨੂੰ ਕੁਛ ਨਾ ਕੁਛ ਇਹੀ ਚੀਜ਼ਾਂ ਦੱਸਿਆ ਕਰੂੰਗਾ ਜੋ ਐਗਜ਼ਾਮ ਪੁਆਇੰਟ ਆਫ ਵਿਊ ਰੈਲੇਵੈਂਟ ਹੋਣਗੀਆਂ। ਐਟਲੀਸਟ 8 ਤੋਂ 10 ਚੀਜ਼ਾਂ ਹੋਣਗੀਆਂ। ਜਿਵੇਂ ਕਿ ਤੁਹਾਨੂੰ ਅੱਜ ਟਾਈਗਰ ਰਿਜ਼ਰਵ ਕਰਾਇਆ, ਕੱਲ੍ਹ ਤੁਹਾਨੂੰ ਉਹਨਾਂ ਦੀ ਲਿਸਟ ਕਰਵਾ ਸਕਦਾ ਟਾਈਗਰ ਰਿਜ਼ਰਵ ਦੀ। ਸੋ ਮੈਂ ਚਾਹੁੰਦਾ ਤੁਹਾਡੀ ਜਿਹੜੀ ਸਟੈਟਿਕ ਜੀਕੇ ਵੀ ਹੈਗੀ ਆ ਉਹ ਵੀ ਨਾਲ ਦੀ ਨਾਲ ਸਟਰੋਂਗ ਹੁੰਦੀ ਜਾਵੇ, ਠੀਕ ਹੈ ਜੀ। ਸੋ ਕਰੰਟ ਪਲੱਸ ਸਟੈਟਿਕ ਬਹੁਤ ਹੀ ਵਧੀਆ ਟਰਾਈ ਕਰ ਰਹੇ ਆਪਣੇ ਵੱਲੋਂ ਵੀ ਤੁਹਾਡਾ ਜਿਹੜਾ ਹੈਗੀ ਆ ਪ੍ਰੈਪਰੇਸ਼ਨ ਜਿੰਨੇ ਵੀ ਐਗਜ਼ਾਮ ਆ ਰਹੇ ਮੈਕਸਿਮਮ ਤੁਸੀਂ ਕਰੈਕ ਕਰ ਸਕੋ। ਸੋ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਆਉਂਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਕਿਊਰੀ ਹੈਗੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਅਤੇ ਅਸੀਂ ਤੁਹਾਡੀ ਹਰ ਕੁਐਰੀ ਨੂੰ ਸੋਲਵ ਕਰਨ ਲਈ ਪ੍ਰੀਪੇਅਰਡ ਹੈਗੇ ਹਾਂ। ਅਤੇ ਜਾਂ ਕੋਈ ਵੀ ਹੋਰ ਕਿਸੇ ਤਰ੍ਹਾਂ ਦੀ ਤੁਸੀਂ ਲੈਕਚਰ ਚਾਹ ਰਹੇ ਹੋ ਤੁਸੀਂ ਸਾਨੂੰ ਪੁੱਛ ਸਕਦੇ ਹੋ, ਠੀਕ ਹੈ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਕਰੰਟ ਅਫੇਅਰ ਜਾਂ ਇਹਦੇ ਵਿੱਚ ਆਪਾਂ ਹੋਰ ਕਿਸ ਢੰਗ ਦੇ ਨਾਲ ਆਪਾਂ ਚੇਂਜਿਸ ਲੈ ਕੇ ਆ ਸਕਦੇ ਹਾਂ, ਠੀਕ ਹੈ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ।